ਗੁੱਡ ਮਾਰਨਿੰਗ एवरीवन। ਤਾਂ ਜਿਹੜਾ ਆਪਾਂ ਨੇ ਕੱਲ ਟੌਪਿਕ ਕੀਤਾ ਸੀ ਦੈਟ ਵਾਜ਼ ਨਿਊਕਲੀਅਰ ਰਿਐਕਟਰ, ਉਸ ਨੂੰ ਆਪਾਂ ਫਿਰ ਦੁਬਾਰਾ ਇਲੈਬੋਰੇਟ ਡਿਸਕਸ ਕਰਾਂਗੇ ਚੰਗੀ ਤਰ੍ਹਾਂ। ਠੀਕ ਹੈ, ਫਿਰ ਆਪਾਂ ਨੈਕਸਟ ਚੈਪਟਰ ਸਟਾਰਟ ਕਰਾਂਗੇ। ਬਟ ਪਹਿਲਾਂ ਇਹ ਚੀਜ਼ ਸਮਝ ਲਓ, ਤਾਂ ਆਪਣੇ ਕੋਲ ਪਾਰਟਸ ਕਿਹੜੇ ਕਿਹੜੇ ਨੇ ਨਿਊਕਲੀਅਰ ਰਿਐਕਟਰ ਦੇ, ਤੇ ਯੂਜ਼ ਕਿੱਥੇ ਕਿੱਥੇ ਹੋ ਰਿਹਾ। ਤਾਂ ਨਿਊਕਲੀਅਰ ਰਿਐਕਟਰ ਹੈ, ਇਹ ਕੀ ਕਰਦਾ, ਇਹ ਯੂਰੇਨੀਅਮ ਦੀ ਨਿਊਕਲੀਅਰ એનર્ਜੀ ਨੂੰ, ਜਦੋਂ ਆਪਾਂ ਉਸ 'ਚ ਇੱਕ ਨਿਊਟਰੋਨ ਸਟ੍ਰਾਈਕ ਕਰਾਉਂਦੇ ਹਾਂ, ਯੂਰੇਨੀਅਮ ਮਾਸ ਨੰਬਰ ਇਜ਼ 235 ਐਂਡ ਐਟੋਮਿਕ ਨੰਬਰ ਇਜ਼ 92, ਤੇ ਐਜ਼ ਅ ਰਿਜ਼ਲਟ ਕੀ ਨਿਕਲਦਾ, ਆਪਣੇ ਕੋਲ ਦੋ ਸਟੇਬਲ ਐਟਮਸ ਅਵੇਲੇਬਲ ਹੁੰਦੇ ਨੇ, ਪ੍ਰੋਡਿਊਸ ਹੁੰਦੇ ਨੇ। ਇੱਕ ਹੁੰਦਾ ਕ੍ਰਿਪਟਨ, ਇੱਕ ਹੁੰਦਾ ਬੇਰੀਅਮ, ਤੇ ਇੱਕ ਹੁੰਦਾ ਆਪਣੇ ਕੋਲ ਨਿਊਟਰੋਨ। ਬਟ ਇਹ ਫਰਦਰ 3 ਨਿਊਟਰੋਨਸ ਨੂੰ ਡਿਵੈਲਪ ਕਰਦਾ। ਆਹ ਫਰਦਰ ਜਿਹੜੇ 3 ਨਿਊਟਰੋਨਸ ਹੁੰਦੇ ਨੇ, ਇਹਨਾਂ ਦੀ ਸਪੀਡ ਹੁੰਦੀ ਹੈ ਜ਼ਿਆਦਾ, ਤੇ ਇਹਨਾਂ ਨੂੰ ਕੀ ਕਰਨਾ ਪੈਂਦਾ, ਸਲੋ ਡਾਊਨ। ਜਦੋਂ ਇਹਨਾਂ ਨੂੰ ਸਲੋ ਡਾਊਨ ਕਰਦੇ ਆ ਤਾਂ ਉਹ ਨਿਊਟਰੋਨਸ ਨੂੰ ਆਪਾਂ ਕਹਾਂਗੇ ਥਰਮਲ ਨਿਊਟਰੋਨਸ। ਤਾਂ ਜਿਹੜੇ ਥਰਮਲ ਨਿਊਟਰੋਨਸ ਨੇ, ਉਹਨਾਂ ਦੀ ਪ੍ਰੋਬੇਬਿਲਿਟੀ to induce the nuclear reaction is 500 times more as compared to speedy neutrons। ठीक है, तो स्पीड वाले न्यूट्रॉन्स ਤੋਂ ਜ਼ਿਆਦਾ ਇਹਨਾਂ ਦੀ ਪ੍ਰੋਬੇਬਿਲਿਟੀ ਹੁੰਦੀ ਹੈ 500 ਟਾਈਮਸ ਮੋਰ। ਤਾਂ ਇਹਨਾਂ ਨੂੰ ਕੀ ਕੀਤਾ ਜਾਂਦਾ, ਇਹਨਾਂ ਨੂੰ ਸਲੋ ਡਾਊਨ ਕੀਤਾ ਜਾਂਦਾ ਵਿਦ ਦ ਹੈਲਪ ਆਫ ਮੋਡਰੇਟਰ। ਤਾਂ ਮੋਡਰੇਟਰ ਕੀ ਕਰਦਾ ਹੁੰਦਾ, ਮੋਡਰੇਟਰ ਆਪਣੇ ਕੋਲ ਹੁੰਦਾ ਸਿੰਪਲ ਵਾਟਰ ਹੋਊਗਾ ਜਾਂ ਹੈਵੀ ਵਾਟਰ ਹੋਊਗਾ, D2 ਹੋਊਗਾ ਜਾਂ ਸਿੰਪਲ ਵਾਟਰ ਹੋਊਗਾ। ਇਹ ਕੀ ਕਰੂਗਾ, ਇਹ ਸਲੋ ਡਾਊਨ ਕਰੂਗਾ ਨਿਊਟਰੋਨਸ ਨੂੰ, ਜਿਹੜੇ ਇਹ ਆਪਣੇ ਨਿਊਕਲੀਅਰ ਫਿਊਜ਼ਨ ਚੋਂ ਪ੍ਰੋਡਿਊਸ ਹੁੰਦੇ। ਜਦੋਂ ਆਪਣੇ ਕੋਲ ਇੱਕ ਸਿਸਟਮ ਬਣਿਆ ਹੋਇਆ ਹੈ ਕਿ ਆਪਣੇ ਕੋਲ ਨਿਊਕਲੀਅਰ ਫਿਊਜ਼ਨ ਹੈ, ਆਪਣੇ ਕੋਲ ਫਿਊਲ ਐਲੀਮੈਂਟਸ ਨੇ, ਆਹ ਫਿਊਲ ਐਲੀਮੈਂਟਸ ਨੇ ਕੀ ਕਰਨਾ ਹੈਗਾ, ਇੱਕ ਨਿਊਟਰੋਨ ਪਾਇਆ, ਇੱਕ ਨੇ 3 ਨਿਊਟਰੋਨਸ ਪ੍ਰੋਡਿਊਸ ਕੀਤੇ। ਇਹ 3 ਨਿਊਟਰੋਨਸ ਜਿਹੜੇ ਹੈ ਉਹ ਇੱਧਰ ਉੱਧਰ ਟੱਕਰ ਮਾਰਨਗੇ, ਬਟ ਉਹਨਾਂ ਦੀ ਫਿਜ਼ਨ ਕਰਾਉਣਾ ਬੜਾ ਔਖਾ ਹੈ। ਤਾਂ ਆਪਾਂ ਨੂੰ ਕੀ ਕਰਨਾ ਪਊ, ਇਹਨਾਂ ਨੂੰ ਫਿਜ਼ਨੇਬਲ ਬਣਾਉਣਾ ਪਊ। ਫਿਜ਼ਨੇਬਲ ਵਾਸਤੇ ਕੀ ਕਰਾਂਗੇ, ਇਸ ਪਰਟੀਕੂਲਰ ਸਪੇਸ ਦੇ ਵਿੱਚ ਆਪਾਂ D2 ਫਿਲ ਕਰ ਦਾਂਗੇ। ਤਾਂ D2 ਫਿਲ ਕਰਨ ਨਾਲ ਕੀ ਹੋਊਗਾ ਕਿ ਨਿਊਟਰੋਨਸ D2 ਦੇ ਮੋਲੀਕਿਊਲਸ ਨਾਲ ਸਟ੍ਰਾਈਕ ਕਰਨਗੇ, ਟੱਕਰ ਮਾਰਨਗੇ ਤੇ ਸਲੋ ਡਾਊਨ ਹੋਣਗੇ। ਜਦੋਂ ਸਲੋ ਡਾਊਨ ਹੋਣ ਤੋਂ ਬਾਅਦ ਉਹ ਦੂਸਰੇ ਨਿਊਕਲੀਅਰ ਫਿਊਲ ਦੇ ਵਿੱਚ ਐਂਟਰ ਕਰਨਗੇ, ਤਾਂ ਉਹਨਾਂ ਦੀ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਹੈ, 500 ਮੋਰ ਟਾਈਮਸ ਹੈ ਐਜ਼ ਕੰਪੇਅਰ ਟੂ ਫਾਸਟ ਮੂਵਿੰਗ ਨਿਊਟਰੋਨਸ, ਕਿ ਉਹ ਕਰਾ ਦੇ। ਠੀਕ ਹੈ, ਫਿਰ ਇੱਥੇ ਕੀ ਹੁੰਦੀ ਹੈ, ਹੀਟ ਜਨਰੇਟ ਹੁੰਦੀ ਹੈ। ਜਦੋਂ ਇੱਥੇ ਹੀਟ ਜਨਰੇਟ ਹੁੰਦੀ ਹੈ ਇਸ ਵਾਲੇ ਪੋਰਸ਼ਨ ਦੇ ਵਿੱਚ, ਤਾਂ ਇੱਥੇ ਕੀ ਹੁੰਦਾ, ਆਪਣੇ ਕੋਲ ਇੱਕ ਲਿਕੁਇਡ ਹੁੰਦਾ, ਦੈਟ ਇਜ਼ ਲਿਕੁਇਡ ਨਾਈਟ੍ਰੋਜਨ, ਲਿਕੁਇਡ ਸੋਡੀਅਮ ਜਾਂ ਫਿਰ ਵਾਟਰ। ਠੀਕ ਹੈ, ਦੋ ਚੀਜ਼ਾਂ ਯੂਜ਼ ਕਰ ਸਕਦੇ ਹਾਂ। ਵਾਟਰ ਪ੍ਰੈਫਰ ਹੁੰਦਾ, ਲਿਕੁਇਡ ਸੋਡੀਅਮ ਅਵੇਲੇਬਲ ਕਰਾਉਣਾ ਥੋੜਾ ਡਿਫਿਕਲਟ ਹੁੰਦਾ। ਤਾਂ ਇਸ ਦੇ ਵਿੱਚ ਫਿਲਿੰਗ ਕੀਤੀ ਹੁੰਦੀ ਹੈ ਵਾਈਟ ਵਾਲੀ ਸਪੇਸ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਕੰਕਰੀਟ ਦਾ ਚੈਂਬਰ ਹੁੰਦਾ ਹੈਗਾ। ਤਾਂ ਇਸ ਦੇ ਵਿੱਚ ਨੀਚੇ ਕੀ ਲਾਇਆ ਹੁੰਦਾ, ਪੰਪ ਨੇ ਕੀ ਕਹਿੰਦਾ, ਲਿਕੁਇਡ ਨੂੰ ਰੋਟੇਟ ਕਰਨਾ। ਤੇ ਜਿਹੜਾ ਲਿਕੁਇਡ ਗਰਮ ਹੋਊਗਾ ਦੈਟ ਵਿਲ ਮੂਵ ਅਪਵਰਡ ਕਰਕੇ ਇਹਨਾਂ ਚ ਫਲੋ ਕਰੂਗਾ। ਤੇ ਇੱਥੇ ਕੀ ਹੁੰਦਾ, ਹੀਟ ਐਕਸਚੇਂਜ ਹੁੰਦੀ ਹੈ। ਇਸ ਪਰਟੀਕੂਲਰ ਰੀਜਨ ਦੇ ਵਿੱਚ ਆਪਣੇ ਕੋਲ ਪਾਣੀ ਆਇਆ, ਪਾਣੀ ਸਟੀਮ ਚ ਕਨਵਰਟ ਹੋਇਆ, ਸਟੀਮ ਨੂੰ 300 ਡਿਗਰੀ ਸੈਲਸੀਅਸ ਦੇ ਹਾਈ ਪ੍ਰੈਸ਼ਰ ਚ ਕ੍ਰੀਏਟ ਕਰ ਲਿਆ। ਉਹ ਸਟੀਮ ਉੱਪਰ ਚੜ ਕੇ ਟਰਬਾਈਨ ਤੇ ਸਟ੍ਰਾਈਕ ਕਰਦੀ ਹੈ। ਜਦੋਂ ਟਰਬਾਈਨ ਤੇ ਸਟ੍ਰਾਈਕ ਕਰੂਗੀ ਤਾਂ ਆਪਣੇ ਕੋਲ ਕੀ ਪ੍ਰੋਡਿਊਸ ਹੋਊਗੀ, ਇਲੈਕਟ੍ਰਿਸਿਟੀ ਪ੍ਰੋਡਿਊਸ ਹੋਊਗੀ। ਉਹ ਸਟੀਮ ਜਦੋਂ ਇਸਨੇ ਯੂਟਿਲਾਈਜ਼ ਕਰ ਲਿਆ, ਨੀਚੇ ਆ ਜਾਊਗੀ। ਨੀਚੇ ਆ ਗਈ ਤਾਂ ਇਹ ਕਿਸ ਚੀਜ਼ ਆਪਾਂ ਉਹਨੂੰ ਕਰ ਦਾਂਗੇ, ਠੰਡਾ ਕਰ ਦਾਂਗੇ, ਕਿਹਦੇ ਨਾਲ, ਕੋਲਡ ਵਾਟਰ ਨਾਲ। ਤਾਂ ਇਹ ਵਾਲੀ ਚੀਜ਼ ਸਟੀਮ ਜਿਹੜੀ ਹੈ ਇੱਥੇ ਰੋਟੇਟ ਹੋ ਕੇ ਵਾਪਸ ਫੇਰ ਅਗੇਨ ਚੈਂਬਰ ਚ ਆ ਜਾਊ। ਤਾਂ ਇੱਕ ਆਹ ਵਾਲਾ ਫਲੋ ਸਿਸਟਮ ਆ ਜਾਂਦਾ, ਇੱਕ ਆਪਣੇ ਕੋਲ ਕੂਲੈਂਟ ਵਾਲਾ ਫਲੋ ਸਿਸਟਮ ਹੁੰਦਾ ਹੈ। ਤਾਂ ਹੀਟ ਐਕਸਚੇਂਜਰ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਹੀਟ ਨਿਊਕਲੀਅਰ ਫਿਜ਼ਨ ਰਿਐਕਸ਼ਨ ਚ ਕ੍ਰੀਏਟ ਕੀਤੀ, ਡਿਵੈਲਪ ਕੀਤੀ ਹੈ, ਉਸ ਨੂੰ ਪਾਸ ਕੀਤਾ ਜਾਂਦਾ ਵਾਟਰ ਦੇ ਉੱਤੇ। ਤਾਂ ਵਾਟਰ ਦੇ ਉੱਤੇ ਪਾਸ ਕਰਨ ਨਾਲ ਕੀ ਹੁੰਦਾ, ਉਹ ਸਟੀਮ ਬਣ ਕੇ ਉੱਪਰ ਜਾਂਦੀ ਹੈ। ਠੀਕ ਹੈ, ਤਾਂ ਆਪਣੇ ਕੋਲ ਹੋਰ ਕੀ ਬੰਦਾ ਇਹਦੇ ਵਿੱਚ, ਹੋਰ ਆਪਣੇ ਕੋਲ ਕੀ ਬੰਦਾ ਹੈਗਾ, ਤਾਂ ਇਸ ਚ ਕੀ ਹੁੰਦਾ, ਸ਼ੀਲਡ ਹੋਗੀ, ਸ਼ੀਲਡਿੰਗ ਕੀਤੀ ਜਾਂਦੀ ਹੈ ਨਿਊਕਲੀਅਰ ਉਹਦੇ ਨਾਲ, ਕੰਕਰੀਟ ਨਾਲ। ਠੀਕ ਹੈ, ਫਿਊਲ ਰੋਡਸ ਹੋ ਗਈਆਂ, ਮੋਡਰੇਟਰ ਹੋ ਗਿਆ। ਫਿਰ ਇੱਕ ਸਭ ਤੋਂ ਮੋਸਟ ਇੰਪੋਰਟੈਂਟ ਹੈ ਕੰਟਰੋਲ ਰੋਡਸ। ਹੁਣ ਲੌਜਿਕ ਸਮਝਿਓ ਕਿ ਜਿਹੜੀ ਇਲੈਕਟ੍ਰਿਸਿਟੀ ਆਪਾਂ ਘਰਾਂ 'ਚ ਰੈਗੂਲਰ ਵਾਲੀ ਯੂਜ਼ ਕਰ ਰਹੇ ਹਾਂ, ਉਹ ਹੁਣ ਕਿਤੇ ਨਾ ਕਿਤੇ ਜਨਰੇਟ ਹੋ ਰਹੀ ਹੈ, ਦੈਟ ਇਜ਼ ਨੋਟ ਬੀਇੰਗ ਸਟੋਰਡ। ਉਹ ਕਿਸੇ ਬੈਟਰੀ ਦੇ ਵਿੱਚ, ਕਿਸੇ ਚੀਜ਼ ਦੇ ਵਿੱਚ ਸਟੋਰ ਨਹੀਂ ਕੀਤੀ ਹੋਈ, ਉਹ ਉਸੇ ਟਾਈਮ ਤੇ ਯੂਜ਼ ਹੁੰਦੀ ਹੈ। ਆਪਣੇ ਕੋਲ ਕਿਹੜੇ ਕਿਹੜੇ ਨੇ, ਪਾਵਰ ਪਲਾਂਟਸ, ਹਾਈਡਲ ਪਾਵਰ ਪਲਾਂਟ ਹੈ, ਪਾਣੀ ਵਾਲੇ ਜਿਹੜੇ ਹੁੰਦੇ ਨੇ। ਫਿਰ ਆਪਣੇ ਕੋਲ ਥਰਮਲ ਪਾਵਰ ਪਲਾਂਟ ਹੈ। ਠੀਕ ਹੈ, ਤੇ ਆਪਣੇ ਕੋਲ ਰੇਡੀਏਟਿਵ ਪਾਵਰ ਪਲਾਂਟ ਹੈ। ਬਟ ਆਪਣੇ ਕੋਲ ਪੰਜਾਬ ਦੇ ਵਿੱਚ ਹਾਈਡਲ ਤੇ ਥਰਮਲ ਨੇ। ਆਪਣੇ ਕੋਲ ਨਿਊਕਲੀਅਰ ਪਾਵਰ ਪਲਾਂਟ ਜਿਹੜੇ ਨੇ ਸਾਊਥ ਦੇ ਵਿੱਚ ਨੇ। ਨਿਊਕਲੀਅਰ ਪਾਵਰ ਪਲਾਂਟ ਬੰਬੇ ਦੇ ਨੇੜੇ ਦੇ ਨੇ। ਠੀਕ ਹੈ, ਮਹਾਰਾਸ਼ਟਰ ਦੇ ਵਿੱਚ ਕੁਛ ਆਪਣੇ ਉੱਥੇ ਰਾਜਸਥਾਨ ਵਗੈਰਾ 'ਚ ਵੀ ਹੈਗੇ। ਬਟ ਪੰਜਾਬ ਦੇ ਵਿੱਚ ਆਪਣੇ ਕੋਲ ਹਾਈਡਲ ਤੇ ਥਰਮਲ ਹੈ। ਤਾਂ ਲੌਜਿਕ ਸਮਝੋ ਕੀ ਹੈ ਕਿ ਜਿਸ ਮੂਵਮੈਂਟ ਤੇ ਇਹ ਹਾਈਡਲ ਤੇ ਥਰਮਲ ਗ੍ਰਿਡ ਨੂੰ ਸਪਲਾਈ ਕਰਦੇ ਨੇ, ਗ੍ਰਿਡ ਤੋਂ ਬਾਅਦ ਇਹ ਰੋਟੇਟ ਹੋ ਕੇ ਆਪਣੇ ਹਾਊਸ ਹੋਲਡ 'ਚ ਜਾਂਦੀ ਹੈ, ਇੰਡਸਟਰੀ 'ਚ ਜਾਂਦੀ ਹੈ, ਖੇਤੀਬਾੜੀ ਵਾਲੇ ਜਗ੍ਹਾ ਤੇ ਜਾਂਦੀ ਹੈ। ਠੀਕ ਹੈ, ਤਾਂ ਜਿਸ ਮੂਵਮੈਂਟ ਤੇ ਆਪਾਂ ਇਹਨਾਂ ਤੇ ਯੂਜ਼ ਕਰਾਂਗੇ, ਉਸ ਨੂੰ ਕਹਿੰਦੇ ਆਪਾਂ ਲੋਡ। ਤਾਂ ਲੋਡ ਪਾਵਾਂਗੇ,
ਲੋਡ ਪਾਵਾਂਗੇ ਤਾਂ ਜ਼ਿਆਦਾ ਇਹਨਾਂ ਨੂੰ ਕ੍ਰੀਏਟ ਕਰਨੀ ਪਊਗੀ ਉਸੇ ਮੂਮੈਂਟ ਤੇ ਇਲੈਕਟ੍ਰਿਸਿਟੀ। ਇਹਨਾਂ ਦਿਨਾਂ ਸਰਦੀਆਂ ਦੇ ਦਿਨਾਂ ਦੇ ਵਿੱਚ ਆਪਣੇ ਕੋਲ ਕੰਜ਼ੰਪਸ਼ਨ ਘੱਟ ਹੁੰਦੀ ਹੈ, ਠੀਕ ਹੈ, ਹਾਊਸ ਹੋਲਡਸ ਦੀ, ਬਟ ਉੱਥੇ ਪਾਵਰ ਦੀ ਜਨਰੇਸ਼ਨ ਜ਼ਿਆਦਾ ਹੁੰਦੀ ਹੈ। ਤੇ ਕੀ ਕਰਦੇ ਨੇ ਇਹ, ਕੁਝ ਜਨਰੇਟਰ ਬੰਦ ਕਰ ਦਿੰਦੇ ਨੇ, ਜਿਵੇਂ ਆਪਣੇ ਕੋਲ ਥਰਮਲ ਨੂੰ ਆਪਾਂ ਬੰਦ ਕਰ ਸਕਦੇ ਹਾਂ ਬਟ ਹਾਈਡਲ ਨੂੰ ਬੰਦ ਨਹੀਂ ਕਰ ਸਕਦੇ। ਥਰਮਲ ਨੂੰ ਬੰਦ ਕਰ ਦਿੰਦੇ ਨੇ, ਜਿਸ ਨਾਲ ਕੀ ਹੁੰਦਾ ਕਿ ਜਿਹੜੀ ਸਪਲਾਈ ਆ ਰਹੀ ਹੈ ਹਾਈਡਲ ਤੋਂ ਆਉਣੀ ਸਟਾਰਟ ਹੋ ਜਾਂਦੀ ਹੈ, ਤੇ ਇਸ ਨਾਲ ਕੀ ਹੁੰਦਾ ਕੋਲੇ ਦੀ ਸੇਵਿੰਗ ਹੁੰਦੀ ਹੈ, ਠੀਕ ਹੈ। ਤੇ ਜੇ ਆਪਾਂ ਹੁਣ ਜੋ ਵੀ ਇਲੈਕਟ੍ਰਿਸਿਟੀ ਯੂਜ਼ ਕਰ ਰਹੇ ਇਸ ਪਾਰਟਿਕੂਲਰ ਟਾਈਮ ਤੇ ਉਹ ਕਿਤੇ ਨਾ ਕਿਤੇ ਜਨਰੇਟ ਹੋ ਰਹੀ ਹੈ। ਸਿਮਿਲਰਲੀ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਵੀ ਸੇਮ ਹੀ ਹੈ। ਜਿਹੜੀ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਇਲੈਕਟ੍ਰਿਸਿਟੀ ਜਨਰੇਟ ਹੋ ਰਹੀ ਹੈ ਉਹ ਕੰਟੀਨਿਊਸਲੀ ਯੂਜ਼ ਹੋ ਰਹੀ ਹੈ। ਹੁਣ ਜੇ ਆਪਾਂ ਸਮਰ ਦੀ ਗੱਲ ਕਰੀਏ ਤਾਂ ਸਮਰ ਦੇ ਵਿੱਚ ਲੋਡ ਵੱਧ ਜਾਂਦਾ, ਮਤਲਬ ਸਾਰੇ ਏਸੀ ਯੂਜ਼ ਕਰਨ ਲੱਗ ਜਾਂਦੇ ਨੇ, ਸਾਰਿਆਂ ਦੀ ਡਿਮਾਂਡ ਵੱਧ ਜਾਂਦੀ ਹੈ। ਤਾਂ ਉਸ ਮੂਮੈਂਟ ਤੇ ਕੀ ਹੁੰਦਾ ਆਪਾਂ ਨੂੰ ਇੱਥੇ ਨਿਊਕਲੀਅਰ ਚੈਂਬਰ ਦੇ ਵਿੱਚ, ਠੀਕ ਹੈ, ਫਿਜ਼ਨ ਚੈਂਬਰ ਦੇ ਵਿੱਚ ਹੀਟ ਜ਼ਿਆਦਾ ਜਨਰੇਟ ਚਾਹੀਦੀ ਹੈ, ਕਿਉਂਕਿ ਆਪਾਂ ਨੇ ਇਲੈਕਟ੍ਰਿਕ ਟਰਬਾਈਨ ਜ਼ਿਆਦਾ ਕੁਆਂਟੀਟੀ ਰੋਟੇਟ ਕਰਾਉਣੀ ਪੈਣੀ ਹੈ ਜਾਂ ਜ਼ਿਆਦਾ ਸਪੀਡ ਤੇ ਰੋਟੇਟ ਕਰਾਉਣੀ। ਤਾਂ ਇੱਥੇ ਕੀ ਕਰਨਾ ਪਊ, ਹੀਟ ਜ਼ਿਆਦਾ ਚਾਹੀਦੀ ਹੈ ਤਾਂ ਕੀ ਕਰਾਂਗੇ ਆਪਾਂ, ਕੰਟਰੋਲ ਰੋਡਸ ਨੂੰ ਬਾਹਰ ਪੁਸ਼ ਕਰ ਲਾਂਗੇ। ਕੰਟਰੋਲ ਰੋਡ ਕੈਡਮੀਅਮ ਦੀ ਹੁੰਦੀਆਂ ਨੇ ਜਾਂ ਫਿਰ ਬੋਰੋਨ ਦੀ ਹੁੰਦੀਆਂ ਨੇ, ਠੀਕ ਹੈ, ਬੋਰੋਨ ਜਾਂ ਫਿਰ ਕੈਡਮੀਅਮ ਦੀ ਹੁੰਦੀਆਂ ਨੇ ਆਪਣੇ ਕੋਲ ਕੰਟਰੋਲ ਰੋਡਸ। ਬੋਰੋਨ ਜਾਂ ਕੈਡਮੀਅਮ ਕੀ ਕਰਦੇ ਨੇ, ਜਿਹੜੇ ਨਿਊਟਰੋਨਸ ਹੁੰਦੇ ਨੇ ਉਹਨਾਂ ਨੂੰ ਐਬਜ਼ੌਰਬ ਕਰ ਲੈਂਦੇ ਨੇ। ਜੇ ਬੋਰੋਨ ਜਾਂ ਕੈਡਮੀਅਮ ਦੇ ਕੰਟਰੋਲ ਰੋਡਸ ਨਿਊਟਰੋਨਸ ਨੂੰ ਐਬਜ਼ੌਰਬ ਕਰ ਲੈਣਗੇ ਤਾਂ ਆਟੋਮੈਟਿਕਲੀ ਪ੍ਰੋਸੈਸ ਕੀ ਹੋ ਜੂ, ਸਲੋ ਡਾਊਨ ਹੋ ਜੂ, ਤਾਂ ਘੱਟ ਹੀਟ ਪ੍ਰੋਡਿਊਸ ਹੋਊਗੀ। ਜੇ ਆਪਾਂ ਕੰਟਰੋਲ ਰੋਡਸ ਨੂੰ ਉੱਪਰ ਕਰ ਲਾਂਗੇ ਤਾਂ ਨੀਚੇ ਕੀ ਹੋ ਜਾਣਗੀਆਂ, ਹੀਟ ਜ਼ਿਆਦਾ ਪ੍ਰੋਡਿਊਸ ਹੋਊਗੀ। ਹੀਟ ਜ਼ਿਆਦਾ ਪ੍ਰੋਡਿਊਸ ਹੋਣ ਨਾਲ ਸਟੀਮ ਜ਼ਿਆਦਾ ਪ੍ਰੋਡਿਊਸ ਹੋਊ, ਸਟੀਮ ਜ਼ਿਆਦਾ ਪ੍ਰੋਡਿਊਸ ਹੋਣ ਨਾਲ ਉਹਨਾਂ ਦਾ ਆਪਾਂ ਜ਼ਿਆਦਾ ਟਰਬਾਈਨਸ ਰੋਟੇਟ ਕਰ ਸਕਦੇ ਹਾਂ। ਇਹਦਾ ਮਤਲਬ ਕੀ ਬਣਦਾ ਹੈ, ਕੰਟਰੋਲ ਰੋਡਸ ਕੀ ਕਰਨਗੀਆਂ, ਸਪੀਡ ਨੂੰ ਕੰਟਰੋਲ ਕਰਨਗੀਆਂ, ਹੀਟ ਜਨਰੇਸ਼ਨ ਦੀ ਸਪੀਡ ਨੂੰ। ਜੇ ਆਪਾਂ ਨੇ ਕੰਟਰੋਲ ਰੋਡਸ ਨੂੰ ਇਨਸਰਟ ਕਰ ਦਿੰਦੇ ਆ, ਠੀਕ ਹੈ, ਫਿਜ਼ਨ ਚੈਂਬਰ ਦੇ ਵਿਚਕਾਰ, ਫਿਰ ਕੀ ਹੋ ਜਾਊਗਾ ਆਪਣੇ ਕੋਲ, ਇਹ ਸਲੋ ਡਾਊਨ ਹੋ ਜੂ ਪ੍ਰੋਸੈਸ। ਸਲੋ ਡਾਊਨ ਕਿਉਂ ਹੋ ਜੂ, ਬਿਕੋਜ਼ ਉਹ ਐਕਸਟਰਾ ਨਿਊਟਰੋਨਸ ਨੂੰ ਐਬਜ਼ੌਰਬ ਕਰ ਲੂਗਾ, ਜਿਸ ਨਾਲ ਆਪਣੇ ਕੋਲ ਨਿਊਕਲੀਅਰ ਰਿਐਕਸ਼ਨ ਹੋਣ ਵਾਸਤੇ ਨਿਊਟਰੋਨਸ ਦੀ ਕੁਆਂਟੀਟੀ ਘੱਟ ਜੂਗੀ, ਠੀਕ ਹੈ। ਜੇ ਆਪਾਂ ਉਸ ਨੂੰ ਉੱਪਰ ਚੱਕ ਲੈਂਦੇ ਆ, ਜਿਵੇਂ ਆਪਣੇ ਗਰਮੀ ਆ ਗਈ, ਗਰਮੀ ਚ ਕੀ ਕਰਾਂਗੇ, ਉੱਪਰ ਚੱਕ ਲਾਂਗੇ, ਸਪੀਡ ਅਪ ਹੋ ਜੂ, ਸਪੀਡ ਅਪ ਹੋ ਜੂ, ਜ਼ਿਆਦਾ ਇਲੈਕਟ੍ਰਿਸਿਟੀ ਜਨਰੇਟ ਹੋਗੀ। ਜੇ ਇਸ ਨੂੰ ਨੀਚੇ ਕਰ ਦਿੰਦੇ ਆ ਤਾਂ ਇਹ ਕੀ ਹੋ ਜੂ, ਸਪੀਡ ਡਾਊਨ ਹੋ ਜੂ, ਤਾਂ ਕੀ ਹੋ ਜੂ, ਘੱਟ ਇਲੈਕਟ੍ਰਿਸਿਟੀ ਜਨਰੇਟ ਹੋ। ਤਾਂ this is a way to control the flow of flow of electricity generated in the plant, ਠੀਕ ਹੈ। ਤੇ ਸਿੰਪਲ ਵੇ ਆਪਣੇ ਕੋਲ ਫਲੋ ਨੂੰ ਕੰਟਰੋਲ ਕਰਨ ਦਾ। ਤਾਂ ਆਪਣੇ ਕੋਲ ਇਹ ਹੋ ਗਿਆ ਨਿਊਕਲੀਅਰ ਪਾਵਰ ਪਲਾਂਟ। ਐਂਡ ਲੌਜੀਕਲੀ ਕੀ ਹੁੰਦਾ ਕਿ ਜਿਹੜਾ ਆ ਵਾਲਾ ਕੋਲਡ ਵਾਟਰ ਹੁੰਦਾ ਇਹ ਕਾਫੀ ਜ਼ਿਆਦਾ ਆਪਣੇ ਕੋਲ ਇੱਕ ਸੀ ਲੈਵਲ ਤੱਕ ਦਾ ਹੁੰਦਾ ਹੈਗਾ, ਕਿ ਇੱਥੇ ਸੀ ਲੈਵਲ ਦੇ ਕਿਨਾਰੇ ਤੇ ਆਪਣੇ ਕੋਲ ਪਾਵਰ ਪਲਾਂਟ ਹੋਣੇ ਚਾਹੀਦੇ, ਕਿਉਂਕਿ ਆਪਾਂ ਨੂੰ ਕੁਆਂਟੀਟੀ 'ਚ ਵਾਟਰ ਬਹੁਤ ਚਾਹੀਦਾ, ਬਹੁਤ ਜ਼ਿਆਦਾ ਕੁਆਂਟੀਟੀ 'ਚ ਵਾਟਰ ਚਾਹੀਦਾ ਹੁੰਦਾ ਹੈ। ਤਾਂ ਇਹ ਤਾਂ ਬੇਸਿਕ ਫੰਕਸ਼ਨੈਲਿਟੀ ਹੈ, ਬਟ ਐਕਚੁਅਲ ਦੇ ਵਿੱਚ ਬਹੁਤ ਜ਼ਿਆਦਾ ਬੜਾ ਸਾਈਜ਼ ਹੁੰਦਾ ਇਹਨਾਂ ਦਾ ਆਪਣੇ ਕੋਲ, ਠੀਕ ਹੈ। ਫਿਰ ਆਪਣੇ ਕੋਲ ਦੋ ਸੀਗੇ, ਜੇ ਆਪਾਂ ਕੰਟਰੋਲ ਰੋਡ ਨੂੰ ਉੱਪਰ ਚੱਕ ਦਾਂਗੇ ਤਾਂ K ਦੀ ਵੈਲਿਊ ਗ੍ਰੇਟਰ ਦੈਨ 1 ਹੋ ਜਾਊ, ਮਤਲਬ ਆਪਣੇ ਕੋਲ ਪ੍ਰੋਡਕਸ਼ਨ ਸੁਪਰ ਕ੍ਰਿਟੀਕਲ ਮਾਸ ਤੇ ਆ ਜਾਊਗਾ। ਜੋ ਪ੍ਰੋਡਕਸ਼ਨ ਆਫ ਨਿਊਟਰੋਨਸ ਹੈ ਉਹ ਜ਼ਿਆਦਾ ਹੋ ਜਾਊ ਐਜ਼ ਕੰਪੇਅਰ ਟੂ ਰਿਸਟ੍ਰਿਕਸ਼ਨ। ਜੇ ਪ੍ਰੋਡਕਸ਼ਨ ਜ਼ਿਆਦਾ ਹੋ ਜਾਊ ਤਾਂ ਆਟੋਮੈਟਿਕਲੀ ਕੀ ਹੋ ਜਾਊਗਾ, ਉਹ ਸਪੀਡ ਵੱਧ ਜਾਊ, ਚੇਨ ਰਿਐਕਸ਼ਨ ਹੋ ਜਾਊਗੀ, ਚੇਨ ਰਿਐਕਸ਼ਨ ਫੋਲੋ ਕਰੂਗੀ, ਸੁਪਰ ਕ੍ਰਿਟੀਕਲ ਮਾਸ ਆਊਗਾ, ਹੀਟ ਜ਼ਿਆਦਾ ਜਨਰੇਟ ਹੋਊਗੀ, ਠੀਕ ਹੈ। ਜੇ ਆਪਾਂ ਇਹਨਾਂ ਨੂੰ ਨੀਚੇ ਇਨਸਰਟ ਕਰ ਦਾਂਗੇ ਤਾਂ K ਲੈਸ ਦੈਨ 1 ਹੋ ਜਾਊ, ਤਾਂ ਸਲੋ ਡਾਊਨ ਹੋ ਕੇ ਕੀ ਹੋ ਜਾਊਗਾ, ਉਹ 1 ਹੋਣ ਵਾਲੀ ਹੋ ਜਾਊ ਰਿਐਕਸ਼ਨ। ਤਾਂ ਕੰਟਰੋਲ ਰੋਡਸ ਨੂੰ ਪੁਸ਼ ਕਰਕੇ ਜਾਂ ਪੁੱਲ ਕਰਕੇ ਆਪਾਂ ਜਿਹੜੀ ਨਿਊਕਲੀਅਰ ਰਿਐਕਟਰ ਦੀ ਰਿਐਕਸ਼ਨਸ ਨੂੰ ਸਾਰਿਆਂ ਨੂੰ ਆਪਾਂ ਕੀ ਕਰ ਸਕਦੇ ਹਾਂ, ਕੰਟਰੋਲ ਕਰ ਸਕਦੇ ਹਾਂ, ਠੀਕ ਹੈ। ਕਲੀਅਰ ਇਨਫ। ਤਾਂ ਇਹ ਹੋ ਗਿਆ ਆਪਣੇ ਕੋਲ ਨਿਊਕਲੀਅਰ ਰਿਐਕਟਰ ਦੀ ਵਰਕਿੰਗ ਹੋਗੀ, ਸਿੰਪਲ ਜੀ ਵਰਕਿੰਗ ਹੈ, ਕੁਝ ਖਾਸ ਹੈ ਨਹੀਂ ਇਸ 'ਚ। ਕਿ ਆਪਣੇ ਕੋਲ ਜਿਹੜਾ ਯੂਰੇਨੀਅਮ ਹੁੰਦਾ, ਸਭ ਤੋਂ ਬੇਸਿਕ ਫੰਕਸ਼ਨੈਲਿਟੀ ਕੀ ਹੈ ਆਪਣੇ ਕੋਲ, ਕਿ ਜਿਹੜਾ ਯੂਰੇਨੀਅਮ ਹੈ ਇਸ ਦੇ ਵਿੱਚ ਜਦ ਇੱਕ ਨਿਊਟਰੋਨ ਸਟ੍ਰਾਈਕ ਕਰਦਾ, ਠੀਕ ਹੈ, ਤਾਂ ਉਸ ਤੋਂ ਬਾਅਦ ਉਸਨੇ ਦੋ ਪਾਰਟਿਕੂਲਰ ਸਟੇਬਲ ਐਟਮ ਪ੍ਰੋਡਿਊਸ ਕਰਦੇ ਨੇ, ਕ੍ਰਿਪਟੋਨ ਤੇ ਇੱਕ ਬੇਰੀਲੀਅਮ। ਕ੍ਰਿਪਟੋਨ ਦਾ ਆਪਣੇ ਕੋਲ ਕੀ ਹੁੰਦਾ 36 ਐਟੋਮਿਕ ਨੰਬਰ ਹੁੰਦਾ, 92 ਮਾਸ ਨੰਬਰ ਹੁੰਦਾ। ਬੇਰੀਲੀਅਮ ਦਾ 56 ਐਟੋਮਿਕ ਨੰਬਰ ਹੁੰਦਾ ਤੇ 141 ਮਾਸ ਨੰਬਰ ਹੁੰਦਾ, ਪਲੱਸ 3 ਨਿਊਟਰੋਨਸ ਪ੍ਰੋਡਿਊਸ ਹੁੰਦੇ ਨੇ। ਜਿਹੜੇ 3 ਨਿਊਟਰੋਨਸ ਪ੍ਰੋਡਿਊਸ ਹੋਣਗੇ ਉਹ ਫਰਦਰ ਕੀ ਕਰਨਗੇ, ਆਪਣੇ ਕੋਲ 3 ਹੋਰ ਨਿਊਟਰੋਨਸ ਪ੍ਰੋਡਿਊਸ ਕਰਨਗੇ ਬਾਈ ਡੂਇੰਗ ਅ ਫਿਜ਼ਨ ਰਿਐਕਸ਼ਨ। ਯੂਰੇਨੀਅਮ ਐਟਮ ਚੱਕੂਗਾ ਹਰ ਇੱਕ ਦਾ, ਠੀਕ ਹੈ। ਯੂਰੇਨੀਅਮ ਐਟਮ ਚੱਕਿਆ ਤਾਂ ਉਹ 3 ਨਿਊਟਰੋਨਸ ਪ੍ਰੋਡਿਊਸ ਕਰੂ, ਇਹ 3 ਨਿਊਟਰੋਨਸ ਪ੍ਰੋਡਿਊਸ ਕਰੂ, ਆਹ 3 ਨਿਊਟਰੋਨ ਪ੍ਰੋਡਿਊਸ ਕਰੂ। ਤਾਂ ਇਹ ਕੰਟੀਨਿਊਸਲੀ ਜਿਹੜਾ ਪ੍ਰੋਸੈਸ ਹੋਊਗਾ, ਮਤਲਬ 1 ਤੋਂ 3 ਦੈਨ 9 ਦੈਨ 27 ਫਿਰ 81, ਇਸ ਨਾਲ ਇਕੁਏਸ਼ਨ ਚੱਲੇਗੀ। ਤੇ ਕੀ ਆਪਣੇ ਕੋਲ ਦਿਸ particular process is called chain reaction. This particular process is called chain reaction. ਤੇ ਇਸ chain reaction ਨੂੰ ਕੰਟਰੋਲ ਕਰਨ ਦਾ ਮੈਥਡ ਕੀ, ਕੰਟਰੋਲ ਰੋਡਸ। ਮਤਲਬ ਜੇ ਆਪਾਂ ਇਹ 3 ਨਿਊਟਰੋਨਸ ਦੇ ਵਿੱਚੋਂ 2 ਨਿਊਟਰੋਨਸ ਨੂੰ ਐਬਜ਼ੌਰਬ ਕਰਾ ਦਈਏ ਤਾਂ ਇੱਕ ਬਚੂ,
ਤਾਂ ਆਪਣੇ ਕੋਲ 1 1 1 ਦੀ ਚੱਲੀ ਜੂਗੀ ਰੇਸ਼ੋ, ਜਿਸ ਨਾਲ ਕੀ ਹੋ ਜਾਊਗਾ, ਇੱਕ ਕੰਟਰੋਲਡ ਵੇ ਦੇ ਵਿੱਚ ਹੀਟ ਜਨਰੇਟ ਹੋਊਗੀ, ਕੰਟਰੋਲਡ ਵੇ ਦੇ ਵਿੱਚ ਨਿਊਕਲੀਅਰ ਰਿਐਕਟਰ ਵਰਕ ਕਰੇਗਾ। ਸਿੰਪਲ ਹੈ, ਔਖਾ ਕੁਛ ਨਹੀਂ ਹੈ। ਫਿਰ ਆਪਣੇ ਕੋਲ ਆਉਂਦਾ ਨੈਕਸਟ ਵਾਲਾ ਆ ਜਾਂਦਾ ਹੈਗਾ, ਠੀਕ ਹੈ। ਨੈਕਸਟ ਵਾਲਾ ਕੀ ਆਉਂਦਾ ਆਪਣੇ ਕੋਲ, ਸੈਮੀਕੰਡਕਟਰਸ। ਸਪੇਸ ਕ੍ਰੀਏਟ ਕਰ ਲਈ ਪਹਿਲਾਂ ਤਾਂ, ਐਂਡ ਪਿਛਲੇ ਚੈਪਟਰ 'ਚ ਆਈ ਡੋਂਟ ਥਿੰਕ ਤੁਹਾਨੂੰ ਕੋਈ ਡਾਊਟ ਜਾਂ ਪ੍ਰੋਬਲਮ ਹੋਣੀ ਚਾਹੀਦੀ ਹੈ। ਸਿੰਪਲ ਜਿਹਾ ਚੈਪਟਰ ਹੈ, ਕੁਝ ਖਾਸ ਨਹੀਂ ਹੈ, ਵਧੀਆ ਵਾਲਾ ਚੈਪਟਰ ਹੈ, ਵਧੀਆ ਵਾਲਾ ਚੈਪਟਰ। ਤਾਂ 9th ਸਟਾਰਟ ਕਰ ਰਹੇ ਹਾਂ। 9th ਹੈ that is semiconductors। so semiconductors ਦੇ ਵੀ ਆਪਣੇ ਕੋਲ 3 ਪਾਰਟਸ ਨੇ, ਠੀਕ ਹੈ। ਪਹਿਲਾ ਆ ਜਾਊ semiconductor, ਫਿਰ ਆ ਜਾਊਗੇ ਛੋਟੇ ਛੋਟੇ ਇੰਸਟਰੂਮੈਂਟਸ ਹੋ ਜਾਣਗੇ, ਥਰਡ ਆ ਜਾਊ ਆਪਣੇ ਕੋਲ ਗੇਟਸ ਵਾਲਾ ਸਿਸਟਮ, ਐਂਡ ਔਰ ਲੌਜਿਕ ਗੇਟਸ, ਐਂਡ ਔਰ ਨॉट ਗੇਟਸ, ਉਹ ਸਭ ਕੁਝ ਚੱਲੂਗਾ। ਤਾਂ ਆਪਣੇ ਕੋਲ ਸਭ ਤੋਂ ਪਹਿਲਾਂ ਕਿਸੇ ਵੀ ਮਟੀਰੀਅਲ ਨੂੰ ਆਪਾਂ 3 ਪਾਰਟਸ ਡਿਵਾਈਡ ਕਰ ਸਕਦੇ ਹਾਂ ਕੰਡਕਟਰਸ। ਚੈਪਟਰ ਦਾ ਨੇਮ ਯੂਨਿਟ ਹੈ, ਦਿਸ ਇਜ਼ ਨੇਮ ਆਫ ਯੂਨਿਟ, ਜਿੱਥੋਂ ਮੈਨੂੰ ਯਾਦ ਹੈ। ਜੋ ਚੈਪਟਰ ਦਾ ਨੇਮ ਹੈ that is 9th है, ठीक है। कंडक्टर्स, इंसुलेटर्स एंड सेमीकंडक्टर्स, ਆ ਚੈਪਟਰ ਦਾ ਨੇਮ ਹੈ। ਤਿੰਨ ਦੀ ਡਿਫਰੈਂਟ ਆਪਾਂ ਨੇ ਇਸ ਨੂੰ ਜਸਟੀਫਾਈ ਕਰਨਾ ਹੈ ਕਿ ਕੰਡਕਟਰ ਕਿਹੜੇ ਹੋਣਗੇ, ਸੈਮੀਕੰਡਕਟਰ ਕਿਹੜੇ ਹੋਣਗੇ, ਇੰਸੂਲੇਟਰ ਕਿਹੜੇ ਹੋਣਗੇ, ਪ੍ਰੋਪਰਟੀਜ਼ ਕੀ ਹੋਣਗੀਆਂ, ਇਹਨਾਂ ਨੂੰ ਆਪਾਂ ਡਿਸਕਸ ਕਰਾਂਗੇ ਅਕੋਰਡਿੰਗ ਟੂ ਰਿਕੁਆਇਰਮੈਂਟ, ਅਕੋਰਡਿੰਗ ਟੂ ਵੇਰੀਅਸ ਥਿਊਰੀਜ਼, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਨੇ ਦੇਖਣਾ ਹੈਗਾ એનર્ਜੀ ਬੈਂਡ ਇਨ ਸੋਲਿਡਸ। ਸਭ ਤੋਂ ਪਹਿਲੀ ਹੈਡਿੰਗ ਕੀ ਆਉਂਦੀ ਹੈ, एनर्जी बैंड्स इन सॉलिड्स, या फिर इसमें दूसरा नाम देवांगे और एनर्जी लेवल डायग्राम्स। नाल नोट कर लो, ਤੇ ਜਿਹੜਾ ਪਿਛਲੇ ਵਾਲਾ ਚੈਪਟਰ ਸੀਗਾ, ਠੀਕ ਹੈ, ਉਹਦੀ ਥਿਊਰੀ ਨੋਟ ਕਰਨੀ ਜ਼ਰੂਰੀ ਹੈ, ਜਿਹੜੀ ਮੈंने ਕੱਲ ਲਿਖਵਾਈ ਸੀ, ਤੇ ਡਾਇਗਰਾਮ ਡਰਾ ਕਰਨੇ। ਡਾਇਗਰਾਮ ਇਜ਼ ਦ ਮੋਸਟ ਇੰਪੋਰਟੈਂਟ ਪਾਰਟ। ਜੇ ਡਾਇਗਰਾਮ ਤੁਸੀਂ ਸਹੀ ਤਰੀਕੇ ਨਾਲ ਡਰਾ ਕਰ ਲਓਗੇ, ਤੁਸੀਂ ਆਪਣੀ ਵਰਡਿੰਗ ਦੇ ਵਿੱਚ ਉਸ ਨੂੰ ਐਕਸਪਲੇਨ ਵੀ ਕਰ ਸਕਦੇ ਹੋ, ਠੀਕ ਹੈ। ਬਾਕੀ ਮੈंने ਵੀਡੀਓ ਸ਼ੇਅਰ ਕੀਤੇ ਸੀ ਇੱਕ ਦੋ, that was particularly for the purpose of nuclear reactor working। ਤਾਂ ਇਸ ਆਪਾਂ ਸਿਲੀਕਨ ਐਟਮ ਦੀ ਗੱਲ ਕਰਾਂਗੇ, ਠੀਕ ਹੈ, ਉਸ ਦੇ ਵਿੱਚ ਹੀ ਡਿਸਕਸ ਕਰਾਂਗੇ ਆਪਾਂ। ਤਾਂ ਹੀ ਆਪਾਂ ਸੈਮੀਕੰਡਕਟਰ ਦੇ ਵਿੱਚ ਦਾ ਪੋਰਸ਼ਨ ਕ੍ਰੀਏਟ ਕਰ ਸਕਦੇ ਹਾਂ, ਜੇ ਸਿਲੀਕਨ ਨੂੰ ਡਿਸਕਸ ਕਰਾਂਗੇ। ਤਾਂ ਆਪਣੇ ਕੋਲ ਸਿਲੀਕਨ ਜਿਹੜਾ ਹੁੰਦਾ ਹੈ ਉਸਦਾ ਆਪਣੇ ਕੋਲ ਐਟੋਮਿਕ ਨੰਬਰ ਕਿੰਨਾ, 14, ਕਨਫੀਗਰੇਸ਼ਨ ਕਿੰਨੀ ਹੈ, 1s2, 2s2, 2p6, 3s2, 3p2। ਤਾਂ ਆਪਾਂ ਜਿਹੜਾ ਆਊਟਰ ਮੋਸਟ ਆਰਬਿਟ ਹੁੰਦਾ ਹੈ ਉਸਦੇ ਇਲੈਕਟ੍ਰੋਨਸ ਨੂੰ ਹੀ ਡਿਸਕਸ ਕਰਨਾ ਹੁੰਦਾ ਹੈ। ਜਿਹੜੇ ਇਨਰ ਇਲੈਕਟ੍ਰੋਨਸ ਹੁੰਦੇ ਉਹਨਾਂ ਨੂੰ ਡਿਸਕਸ ਕਰਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ, ਬਿਕੋਜ਼ ਉਹਨਾਂ ਨੂੰ ਛੇੜਖਾਨੀ ਕਰਨ ਵਾਸਤੇ ਆਪਾਂ ਨੂੰ ਹਿਊਜ ਅਮਾਊਂਟ ਆਫ ਐਨਰਜੀ ਚਾਹੀਦੀ ਹੈ, ਠੀਕ ਹੈ। ਤਾਂ ਇਨਰ ਆਰਬਿਟਸ ਦੇ ਇਲੈਕਟ੍ਰੋਨਸ ਨੂੰ ਛੇੜਨ ਵਾਸਤੇ ਵੀ ਨੀਡ ਹਿਊਜ ਅਮਾਊਂਟ ਆਫ ਐਨਰਜੀ। ਤਾਂ ਆਪਣੇ ਕੋਲ ਇੱਕ ਪਹਿਲਾਂ ਦਾ ਡਾਇਗਰਾਮ ਡਰਾ ਕਰਨੀ ਪਊਗੀ, ਦੇਖੋ। ਤਾਂ ਪਹਿਲਾਂ 1s2 ਹੈ, ਫਿਰ 2s2 ਹੈ, ਫਿਰ 2p6 ਦੇ ਆਪਣੇ ਕੋਲ ਕੀ ਹੈ, એનર્ਜੀ ਲੈਵਲ ਡਾਇਗਰਾਮਸ ਦੇ। ਤਾਂ ਆਪਣੇ ਕੋਲ ਇਸ ਸਾਈਡ ਤੇ ਕੀ ਹੈ, એનર્ਜੀ ਵਰਸਸ ਡਿਸਟੈਂਸ ਹੈ। ਇੱਥੇ ਕੀ ਆਪਣੇ ਕੋਲ x, that is distance between two atoms। ठीक है। फिर जिस मूवमेंट से अपने को 3s2 ਤੇ 3p2 बने ने, this is 3p2, 3s2। तो उन्हें डायग्राम कुछ इस टाइप में, ਇਹ ਤਾਂ ਨੇ +1 ਦੇ ਵਿੱਚ ਕੈਮੀਕਲ ਬੌਂਡਿੰਗ ਚ ਕੀਤਾ ਹੋ,
एनर्जी लेवल डायग्राम ਜਦੋਂ ऑर्बिट्स एक दूसरे ਦੇ ਨੇੜੇ ਨੇੜੇ ਆने ਨੇ उस मूवमेंट ਤੇ ਕੀ ਹੁੰਦਾ दिस इज O origin ਕਹਿ ਸਕਦੇ ਹਾਂ this is D this is C this is B this is A ਤਾਂ ਡਾਇਗਰਾਮ ਡਰਾ ਕਰ ਲਓ ਪਹਿਲਾਂ ਠੀਕ ਹੈ ਤੇ ਫਿਰ ਹੌਲੀ ਹੌਲੀ ਐਕਸਪਲੇਨ ਕਰਦੇ ਹਾਂ ਤੇ ਇਸ ਪੋਰਸ਼ਨ ਨੂੰ ਆਪਾਂ ਕਹਾਂਗੇ forbidden energy gap ਸਿੰਬਲ ਕੀ ਹੋ ਜੋ ਆਪਣੇ ਕੋਲ this particular portion is called forbidden energy gap symbol is EG ਤੇ ਮੈਂ ਐਕਸਪੈਕਟ ਕਰ ਰਿਹਾ ਕਿ ਤੁਸੀਂ ਉੱਪਰਲਾ ਜਿਹੜਾ ਹੈਡਿੰਗ ਹੂਡਿੰਗ ਨੂੰ ਨੋਟ ਕਰ ਲਿਓਗੀ ਕਿਉਂਕਿ ਮੈਨੂੰ ਸਪੇਸ ਚਾਹੀਦੀ ਹੈ ਡਿਸਕਸ ਕਰਨ ਵਾਸਤੇ ਇਹ ਚੀਜ਼ਾਂ ਤੇ ਆਈ ਗੈਸ ਅੱਜ ਦੀ ਕਲਾਸ ਦੇ ਵਿੱਚ ਸਿਰਫ ਇੱਕ ਚੀਜ਼ ਡਿਸਕਸ ਹੋਊਗੀ ਆ ਵਾਲੀ ਕਿਉਂਕਿ ਇਟ ਇਜ਼ ਲੈਂਥੀ it will take time to explain and to write it down ਬਾਕੀ ਦੇਖਦੇ ਹਾਂ ਜਿੰਨਾ ਟਾਈਮ ਹੁੰਦਾ ਉਸ ਅਕੋਰਡਿੰਗ ਆਪਾਂ ਡਿਸਕਸ ਕਰਦੇ ਹਾਂ ਤਾਂ ਪਹਿਲਾਂ ਤਾਂ ਡਰਾ ਹੀ ਕਰ ਲਓ ਸਾਰੇ ਦੇ ਸਾਰੇ ਤਾਂ ਆਪਣੇ ਕੋਲ ਜਿਹੜੀ એનર્ਜੀ ਗੈਪਸ ਹੋ ਰਹੇ ਨੇ ਇਸ ਨੂੰ ਆਪਾਂ ਕਹਾਂਗੇ ਨੀਚਲੇ ਵਾਲੇ ਨੂੰ ਇਸ ਨੂੰ ਆਪਾਂ ਕਹਾਂਗੇ ਵੇਲੈਂਸ એનર્ਜੀ ਗੈਪ ਠੀਕ ਹੈ ਵੇਲੈਂਸ એનર્ਜੀ ਬੈਂਡ ਈ ਬੈਂਡ ਤੇ ਉੱਪਰਲੇ ਨੂੰ ਕੀ ਕਹਿ ਦਾਂਗੇ ਆਪਾਂ ਇਹਨੂੰ ਕਹਾਂਗੇ ਆਪਾਂ ਕੰਡਕਸ਼ਨ એનર્ਜੀ ਬੈਂਡ ਆ ਕੀ ਆਪਣੇ ਕੋਲ ਵੇਲੈਂਸ ਈ ਬੈਂਡ ਹੈ ਉੱਪਰਲਾ ਕੀ ਹੈ ਕੰਡਕਸ਼ਨ ਈ ਬੈਂਡ ਹੈ ਤੇ ਵਿਚਕਾਰ ਜਿਹੜਾ ਗੈਪ ਹੈ that is called forbidden energy gap ਇਹ ਕੀ ਹੋਊਗਾ ਆਪਣੇ ਕੋਲ forbidden energy gap ਵੈਸੇ ਕਾਫੀ ਟਾਈਮ ਬਾਅਦ ਆਊਗਾ ਡਿਸਕਸ ਕਰਾਂਗੇ ਬਟ ਹਾਲੇ ਸਿਰਫ ਜਿਹੜੇ ਆਪਾਂ ਡਿਸਕਸ ਕਰਨੇ ਆ ਜਦੋਂ ਦੋ ਦੇ ਵਿਚਕਾਰ ਡਿਸਟੈਂਸ ਹੋਊਗਾ OA OB OC OD ਹੌਲੀ ਹੌਲੀ ਡਿਸਕਸ ਕਰਾਂਗੇ ਠੀਕ ਹੈ ਥਿਊਰੀ ਵੀ ਹੈ ਥਿਊਰੀ ਤਾਂ ਲਿਖਾਂਗੇ ਡਾਇਗਰਾਮ ਡਰਾ ਕਰ ਲਓ ਫਿਰ ਥਿਊਰੀ ਇੱਕ ਦੋ ਪੁਆਇੰਟਸ ਲਿਖਦੇ ਆ ਫਿਰ ਮੈਂ ਹੌਲੀ ਹੌਲੀ ਐਕਸਪਲੇਨ ਕਰਦਾ ਲੌਜਿਕ ਸਮਝੋ ਆਪਣੇ ਕੋਲ ਦੋ ਐਟਮਸ ਨੇ ਸਿਲੀਕਨ ਦੇ ਪਹਿਲਾ ਦੋਨਾਂ ਦੇ ਵਿਚਕਾਰ ਡਿਸਟੈਂਸ ਕਿੰਨਾ ਹੈਗਾ O ਤੋਂ ਲੈ ਕੇ A ਤੱਕ ਦਾ ਠੀਕ ਹੈ ਸੈਂਟਰ ਟੂ ਸੈਂਟਰ ਡਿਸਟੈਂਸ ਹੈ ਤਾਂ ਜਦੋਂ ਇੱਕ ਦੂਜੇ ਤੋਂ ਦੂਰ ਦੂਰ ਨੇ ਤਾਂ ਆਪਣੇ ਕੋਲ ਉਹਨਾਂ 'ਚ ਡਿਸਟੈਂਸ ਕਿੰਨਾ ਹੈ OA ਜਦੋਂ ਡਿਸਟੈਂਸ OA ਹੋਊਗਾ ਤਾਂ ਉਹਨਾਂ 'ਚ ਕੋਈ ਇੰਟਰੈਕਸ਼ਨ ਨਹੀਂ ਹੋਣੀ ਤਾਂ ਆਪਸ ਕੀ ਹੋਣਗੇ ਆਰਬਿਟਸ ਇੱਕ ਦੂਜੇ ਨਾਲ ਟੱਕਰ ਟੁੱਕਰ ਨਹੀਂ ਮਾਰਨਗੇ ਜਿਸ ਨਾਲ એનર્ਜੀ ਲੈਵਲਸ ਕੀ ਰਹਿਣਗੇ ਸੇਮ ਰਹਿਣਗੇ ਆਪਣੇ ਕੋਲ OA ਡਿਸਟੈਂਸ ਕੀ ਰਿਪਰੈਜ਼ੈਂਟ ਕਰ ਰਿਹਾ ਹੈ ਕਿ OA ਇੰਨਾ ਕੁ ਡਿਸਟੈਂਸ ਹੈ ਕਿ ਉਹਨਾਂ ਦੇ ਫਸਟ ਤੇ ਸੈਕਿੰਡ ਐਟਮਸ ਦੇ ਆਰਬਿਟਸ ਆਪਸ ਦੇ ਵਿੱਚ ਕੋਈ ਇੰਟਰਫੇਰੈਂਸ ਜਾਂ ਫਿਰ ਕੋਈ ਵੀ ਇੰਟਰੈਕਸ਼ਨ ਨਹੀਂ ਹੋ ਰਹੀ ਠੀਕ ਹੈ ਕਿ ਆਪਣੇ ਕੋਲ ਫਸਟ ਤੇ ਸੈਕਿੰਡ ਜਿਹੜੇ ਐਟਮਸ ਨੇ ਉਹਨਾਂ ਦੇ ਆਰਬਿਟਸ ਦੇ ਵਿੱਚ ਆਪਸ ਦੇ ਵਿੱਚ ਕੋਈ ਵੀ ਇੰਟਰੈਕਸ਼ਨ ਨਹੀਂ ਹੋ ਰਹੀ ਕਿਸ ਕੇਸ ਦੇ ਵਿੱਚ ਇਹ ਕੇਸ ਆਪਣੇ ਕੋਲ ਜਦੋਂ ਦੋਨਾਂ ਦੇ ਵਿਚਕਾਰ ਡਿਸਟੈਂਸ ਕਿੰਨਾ ਹੈ O ਤੋਂ ਲੈ ਕੇ A ਤੱਕ ਦਾ ਡਿਸਟੈਂਸ ਹੈ ਠੀਕ ਹੈ ਸਿੰਪਲ ਹੁਣ ਇਹਦੀ ਥੋੜੀ ਜਿਹੀ ਥਿਊਰੀ ਵੀ ਲਿਖ ਲੈਂਦੇ ਆ ਤਾਂ ਥਿਊਰੀ ਕੀ ਹੈ ਕਿ ਇਹ ਯੂਜ਼ ਕਰਾਂਗੇ ਸਿਸਟਮ ਨੂੰ ਐਟਮਸ ਜਦੋਂ ਇੱਕ ਦੂਜੇ ਦੇ ਨੇੜੇ ਆ ਉਸ ਮੂਵਮੈਂਟ ਤੇ ਜਦੋਂ ਇਹਨਾਂ 'ਚ ਡਿਸਟੈਂਸ ਕਿੰਨਾ ਰਹਿ ਜਾਊਗਾ OB ਠੀਕ ਹੈ ਫਿਰ ਕੀ ਹੋਊਗਾ ਜਦੋਂ OC ਰਹਿ ਜਾਊਗਾ ਡਿਸਟੈਂਸ ਫਿਰ ਕੀ ਹੋਊਗਾ ਜਦੋਂ OD ਰਹਿ ਜਾਊਗਾ ਡਿਸਟੈਂਸ ਉਹ ਕੀ ਰਹੂਗਾ ਤਾਂ OD ਆਪਾਂ ਕੀ ਕਹਿ ਸਕਦੇ ਹਾਂ OD is a distance inter atomic level distance ਕਹਿ ਸਕਦੇ ਜਿਸ ਦੇ ਵਿੱਚ ਬੌਂਡਿੰਗ ਹੋ ਚੁੱਕੀ ਹੈ ਠੀਕ ਹੈ ਬੌਂਡ ਡਿਸਟੈਂਸ ਕਹਿ ਸਕਦੇ ਕਿ ਜਦੋਂ ਦੋ ਐਟਮਸ ਆਪਸ ਬੌਂਡ ਬਣਾ ਚੁੱਕੇ ਨੇ ਤਾਂ ਉਹਨਾਂ ਦੇ ਵਿਚਕਾਰ ਕਿੰਨਾ ਡਿਸਟੈਂਸ ਹੋਊਗਾ that is given by OD ਹੁਣ ਥੋੜੀ ਬਹੁਤੀ ਥਿਊਰੀ ਹੈ ਦੇਖ ਲਓ it is used to study change in energy of electron क्योंकि ਆਪਾਂ न्यूक्लियस ਨੂੰ नहीं छेड़ना इस चैप्टर 'ਚ ਆਪਾਂ इलेक्ट्रॉन ही डिस्कस करांगे electron when two atoms come closer to each other come closer to each other ਮਤਲਬ ਜਦੋਂ ਦੋ ਐਟਮਸ ਇੱਕ ਦੂਜੇ ਦੇ ਨੇੜੇ ਆਣਗੇ ਤਾਂ ਉਸ ਮੂਵਮੈਂਟ ਤੇ એનર્ਜੀ ਦਾ ਕਿਵੇਂ ਚੇਂਜ ਹੋਊਗਾ ਠੀਕ ਹੈ ਉਸ ਮੂਵਮੈਂਟ ਤੇ એનર્ਜੀ ਕਿਵੇਂ ਚੇਂਜ ਹੋਊਗੀ here we discuss the case of silicon discuss the case of silicon atom whose electronic configuration whose electronic configuration is 1s2
2s2 2p6 ਤਾਂ ਇਹ ਤਾਂ ਕੀ ਹੋ ਜਾਂਦਾ ਆਪਣੇ ਕੋਲ 8 ऑक्टेट कंप्लीट कर लेने ने ठीक है 8 इलेक्ट्रॉन्स ਦਾ ਇੱਕ ऑक्टेट कंप्लीट ਹੋ ਜਾਂਦਾ ਹੈ ਜਿਸ ਚ ਛੇੜਖਾਨੀ ਆਪਾਂ नहीं कर सकते ठीक है फिर ਕਿਹੜਾ ਆਪਣਾ ਆਊਟਰ ਬਣਦੇ 3s2 ਤੇ 3p2 ਕਿਉਂਕਿ ਆਪਣੇ ਕੋਲ 14 ਇਲੈਕਟ੍ਰॉन्स ਨੇ ਜਿਨ੍ਹਾਂ ਵਿੱਚੋਂ 3p2 ਆਊਗਾ ठीक है ਇਹ 10 ਇਲੈਕਟ੍ਰॉन्स ਨੇ ਵੈਸੇ 1s2 2 इलेक्ट्रॉन्स प्लस 8 इलेक्ट्रॉन्स ਆਹ ਵਾਲੇ ਇਲੈਕਟ੍ਰॉन्स ਨੇ ਜਿਨ੍ਹਾਂ ਦੀ એનર્ਜੀ ਚੇਂਜ ਕਰੂਗੀ ਇਹ ਇਲੈਕਟ੍ਰॉन्स ਦੀ એનર્ਜੀ ਚੇਂਜ ਕਰੂਗੀ डायग्राम च भी विजिबल हो रहा है 3p2 ਤੇ 3s2 ਵਾਲੇ ਦੀ એનર્ਜੀ ਚੇਂਜ ਹੋ ਰਹੀ ਹੈ ਜਦੋਂ ਇੱਕ ਦੂਜੇ ਦੇ ਨੇੜੇ ਆਣਗੇ when they brought near to each other they brought near to each other ਜਦ ਇੱਕ ਦੂਜੇ ਦੇ ਨੇੜੇ ਲਿਆ ਕੇ ਆ ਜਾਂਦਾ ਹੈ ਉਸ ਮੂਵਮੈਂਟ ਤੇ ਇਹਨਾਂ ਦੀ એનર્ਜੀ ਚੇਂਜ ਕਰਦੀ ਹੈ ਠੀਕ ਹੈ ਨੋਟ ਕਰ ਲਓ ਆਰਾਮ ਨਾਲ फिर मैं हौली हौली डिस्कस करदा डायग्राम कंप्लीट करो डायग्राम भी आऊगा थ्योरी भी आऊगी कि ਜਦੋਂ ਦੋ ਐਟਮਸ ਨੂੰ ਆਪਾਂ ਇੱਕ ਦੂਜੇ ਦੇ ਨੇੜੇ ਲੈ ਕੇ ਆਵਾਂਗੇ ਉਸ ਮੂਵਮੈਂਟ ਤੇ ਉਹਨਾਂ ਇਲੈਕਟ੍ਰੋਨਸ ਦੀ ਜਿਹੜੀ ਬਾਹਰ ਆਊਟਰ ਮੋਸਟ ਆਰਬਿਟ ਦੇ ਵਿੱਚ ਨੇ ਉਹਨਾਂ ਦੀ એનર્ਜੀ ਕਿਸ ਫਾਰਮੈਟ ਦੇ ਵਿੱਚ ਚੇਂਜ ਹੋ ਕਿਵੇਂ ਚੇਂਜ ਹੋਊਗੀ that is given by this diagram ਜਦੋਂ ਦੋ ਐਟਮਸ ਦੇ ਵਿਚਕਾਰ ਡਿਸਟੈਂਸ OA ਹੈ ਲਿਖਣਾ ਹੈ ਹਲੇ ਆਪਾਂ ਨੇ ਜਦੋਂ ਦੋ ਐਟਮਸ ਦੇ ਵਿਚਕਾਰ ਡਿਸਟੈਂਸ O ਤੋਂ ਲੈ ਕੇ A ਤੱਕ ਹੈ ਉਸ ਮੂਵਮੈਂਟ ਤੇ ਇਹਨਾਂ 'ਚ ਕੀ ਹੋਊਗਾ ਆਪਣੇ ਕੋਲ ਕਿੰਨਾ ਕੁ ਇੰਟਰੈਕਸ਼ਨ ਹੋਗੀ ਤਾਂ ਇੰਟਰੈਕਸ਼ਨ ਹੋਊਗੀ ਨਹੀਂ ਜੇ ਇੰਟਰੈਕਸ਼ਨ ਨਹੀਂ ਹੋਊਗੀ ਤਾਂ ਉਹਨਾਂ ਦੇ ਵਿੱਚ ਆਪਸ 'ਚ ਲੈਵਲਸ ਸੇਮ ਰਹਿਣਗੇ ਠੀਕ ਹੈ ਤੇ ਜਦੋਂ ਨੇੜੇ ਲੈ ਕੇ ਆਵਾਂਗੇ ਹੌਲੀ ਉਹਨਾਂ 'ਚ ਚੇਂਜਸ ਹੋਣਗੇ ਚੇਂਜਸ ਕਿਉਂ ਹੋਣਗੇ ਉਹਨਾਂ ਦੇ એનર્ਜੀ ਲੈਵਲ ਕਿਉਂਕਿ ਆਪਸ 'ਚ ਇੰਟਰੈਕਟ ਕਰਨਗੇ ਠੀਕ ਹੈ ਜਦੋਂ ਇੰਟਰੈਕਸ਼ਨ ਸਟਾਰਟ ਹੋ ਜੂਗੀ ਉਸ ਮੂਵਮੈਂਟ ਤੇ ਉਹਨਾਂ ਦੇ એનર્ਜੀ ਲੈਵਲ ਚੇਂਜ ਕਰਨਗੇ ਤਾਂ ਆਪਾਂ ਕੰਪੇਅਰ ਕਰਾਂਗੇ ਕਿ ਜਦੋਂ ਦੋ ਐਟਮਸ ਨੇ ਇੱਕ ਦੂਜੇ ਦੇ ਕਿੰਨੀ ਕੁ ਦੂਰੀ ਤੇ ਨੇ ਕਿੰਨੀ ਕੁ ਦੂਰੀ ਤੇ ਨੇ ਤੇ ਕਿਵੇਂ ਹੋ ਸਕਦਾ ਹੈ ਇਹਨਾਂ ਦਾ ठीक है आई होप ਤੁਸੀਂ ਡਾਇਗਰਾਮ ਅੰਤ ਤੱਕ ਡਰਾ ਕਰ ਲਈ ਹੋਊਗੀ ਥਿਊਰੀ ਉੱਪਰਲੀ ਸਿੰਪਲ ਹੈ 4 ਲਾਈਨਸ ਨੇ ਤੁਸੀਂ ਨੋਟ ਕਰ ਲਿਆ ਹੋਣਗੀਆਂ ਤਾਂ ਆਪਣੇ ਕੋਲ ਸਭ ਤੋਂ ਫਸਟ ਪੁਆਇੰਟ ਇਹੀ ਬਣਦਾ ਹੈ ਫਸਟ ਪੁਆਇੰਟ ਆਪਣੇ ਕੋਲ ਕੀ ਬਣਦਾ ਹੈ if distance between two atoms is OA ਜਦੋਂ ਦੋਨਾਂ ਦੇ ਵਿਚਕਾਰ ਐਟਮਸ ਦੇ ਵਿਚਕਾਰ ਡਿਸਟੈਂਸ ਕਿੰਨਾ ਬਣ ਜਾਊਗਾ OA ਬਣ ਜਾਊਗਾ ਠੀਕ ਹੈ ਜਦੋਂ ਡਿਸਟੈਂਸ OA ਹੋਊਗਾ ਉਸ ਮੂਵਮੈਂਟ ਤੇ ਦੋਨਾਂ 'ਚ ਕੋਈ ਇੰਟਰੈਕਸ਼ਨ ਨਹੀਂ ਹੋਊਗੀ ਇੱਕ ਦੂਜੇ ਤੋਂ ਦੂਰ ਦੂਰ ਹੋਣਗੇ ਜੇ ਦੂਰ ਦੂਰ ਹੋਣਗੇ ਤਾਂ ਉਹਨਾਂ ਦੇ એનર્ਜੀ ਲੈਵਲ 'ਚ ਕੋਈ ਫਰਕ ਨਹੀਂ ਪਊਗਾ ਡਾਇਗਰਾਮ 'ਚ ਵੀ ਵਿਜ਼ੀਬਲ ਹੋ ਰਿਹਾ ਠੀਕ ਹੈ ਤਾਂ ਆਪਾਂ ਕੀ ਲਿਖਾਂਗੇ ਦਿਸ ਡਿਸਟੈਂਸ is very much greater than interatomic distance मतलब ਜਦੋਂ ਇੱਕ ਦੂਜੇ ਨਾਲ bonding state ਬਣ ਜਾਂਦੀ ਹੈ much greater ठीक है much greater than actual distance between two atoms here all electrons in this here all electron in their respective orbits have same energy तो एनर्जी सेम रहूगी कोई फर्क नहीं पड़ना have same energy स्पेस क्रिएट करिए हम बुक वाली लैंग्वेज लिखा रहे हैं मैं सेम एनर्जी ठीक है फॉर एग्जाम्पल two electrons in 3s and two electrons in 3p
सब शेल्स, ऑर्बिट की जगह ਆਪਾਂ ਲਿਖਾਂਗੇ सब शेल, एग्जैक्ट नेम है, टेक्निकल नेम है सब शेल, will remain at same energy level up till distance OB। ਤਾਂ OB ਡਿਸਟੈਂਸ ਤੱਕ ਉਹਨਾਂ ਦੀ એનર્ਜੀ ਸੇਮ ਰਹੂਗੀ ਜੇ ਆਪਣੇ ਕੋਲ ਦੋ ਇਲੈਕਟ੍ਰੋਨਸ ਇੱਥੇ ਪਏ ਨੇ ਐਂਡ ਦੋ ਇਲੈਕਟ੍ਰੋਨਸ ਇੱਥੇ ਪਏ ਨੇ, ਤਾਂ ਜਦ ਤੱਕ ਉਹਨਾਂ ਦੋ ਐਟਮਸ ਦੇ ਵਿੱਚ ਨੂੰ ਆਪਾਂ OB ਡਿਸਟੈਂਸ ਤੱਕ ਨਹੀਂ ਲੈ ਕੇ ਆਵਾਂਗੇ ਉਹਨਾਂ ਦੀ એનર્ਜੀ ਉੱਥੇ ਹੀ ਰਹੂਗੀ, ਤਾਂ ਇੰਟਰ ਲੈਵਲਸ की आपस में मिक्सिंग नहीं होगी। ठीक है, आई होप उपरला ਤੁਸੀਂ ਕੰਪਲੀਟ ਕਰ ਲਿਆ ਹੋਊਗਾ। ਸਪੇਸ ਕ੍ਰੀਏਟ ਕਰੀਏ ਤਾਂ ਹੀ ਲਿਖਿਆ ਜਾਊ ਆਪਣੇ ਕੋਲ, ਇਹਨੇ ਤੁਸੀਂ ਨੀਚਲਾ ਨੋਟ ਕਰੋ, ਸਿੰਪਲ ਵਰਡਿੰਗ ਹੈ, ਕੋਈ ਔਖਾ ਨਹੀਂ ਹੈਗਾ। ਸਿੰਪਲ ਹੈ ਕਿ ਜਦੋਂ ਆਪਾਂ ਐਟਮਸ ਨੂੰ ਇੱਕ ਦੂਜੇ ਦੇ ਨੇੜੇ ਲੈ ਕੇ ਆਵਾਂਗੇ ਉਹਨਾਂ ਦੀ એનર્ਜੀ ਚੇਂਜ ਹੋਊਗੀ। એનર્ਜੀ ਕਿਹਦੀ ਚੇਂਜ ਹੁੰਦੀ ਹੈ, ਆਊਟਰ ਮੋਸਟ ਆਰਬਿਟ ਵਾਲੇ। ਜਦੋਂ એનર્ਜੀ ਚੇਂਜ ਹੋਊਗੀ ਤਾਂ ਉਹ ਇੱਕ ਦੂਜੇ ਨਾਲ ਇੰਟਰੈਕਟ ਕਰਕੇ ਬੌਂਡ ਫਾਰਮੇਸ਼ਨ ਸਟਾਰਟ ਹੋਊਗੀ। ਤਾਂ ਆਪਾਂ ਨੇ ਉਹੀ ਦੇਖਣਾ ਕਿ ਬੌਂਡ ਫਾਰਮੇਸ਼ਨ ਹੁੰਦੀ ਕਿਵੇਂ ਹੈ, ਬੌਂਡ ਫਾਰਮੇਸ਼ਨ ਦੇ ਸਿਨੈਰੀਓ ਦੇ ਵਿੱਚ ਉਹਨਾਂ ਦੀ એનર્ਜੀ ਲੈਵਲਸ ਕਿਵੇਂ ਚੇਂਜ ਕਰਦੇ ਨੇ। ਠੀਕ ਹੈ, ਤਾਂ ਆਪਣੇ ਕੋਲ ਫਸਟ ਪੁਆਇੰਟ ਤਾਂ ਇਹੀ ਬਣ ਗਿਆ ਕਿ ਡਿਸਟੈਂਸ ਜਦ ਤੱਕ OB ਨਹੀਂ ਆਉਂਦਾ ਉਦੋਂ ਤੱਕ ਉਹਨਾਂ ਦੇ ਵਿਚਕਾਰ ਜਿਹੜੇ એનર્ਜੀ ਲੈਵਲਸ ਨੇ ਸੇਮ ਰਹਿਣਗੇ। ठीक है, तो अपने को क्या आ जाएगा फिर सेकंड पॉइंट भी है, इफ डिस्टेंस बिटवीन two atoms is less than OB and greater than OC। जब दो एटम ਦੇ ਵਿਚਕਾਰਲਾ ਜੋ ਡਿਸਟੈਂਸ ਹੈ ਉਹ OB ਤੋਂ ਘਟੂਗਾ ਤੇ OC ਤੋਂ ਵਧੂਗਾ। ਇਸ ਮੂਵਮੈਂਟ ਤੇ ਕੀ ਹੈ, ਡਾਇਗਰਾਮ ਚ ਤੁਹਾਨੂੰ ਸਮਝ ਆਵੇ ਤਾਂ ਆਪਣੇ ਕੋਲ ਦੋ ਐਟਮਸ ਨੇ, ਇੱਕ ਦੂਜੇ ਨੂੰ ਟੱਚ ਕਰਨਾ ਸਟਾਰਟ ਕੀਤੇ। ठीक है, दिस इज फर्स्ट, दिस इज सेकंड। ਜਦੋਂ ਟੱਚ ਕਰਨਾ ਸਟਾਰਟ ਕੀਤੇ ਆ ਮਤਲਬ ਜਿਹੜੇ ਆਊਟਰ ਮੋਸਟ ਆਰਬਿਟ ਦੇ ਇਲੈਕਟ੍ਰੋਨਸ ਨੇ ਇੱਕ ਦੂਜੇ ਨੂੰ ਸਟ੍ਰਾਈਕ ਕਰ ਰਹੇ ਨੇ। ਜਦੋਂ ਇੱਕ ਦੂਜੇ ਨੂੰ ਸਟ੍ਰਾਈਕ ਕਰਦੇ ਨੇ ਤਾਂ ਉਹ ਅਨਸਟੇਬਲ ਪੋਜੀਸ਼ਨ 'ਚ ਆ ਗਏ। ਜਦੋਂ ਉਹ ਅਨਸਟੇਬਲ ਪੋਜੀਸ਼ਨ 'ਚ ਆ ਗਏ ਤਾਂ ਉਹਨਾਂ ਦੀ એનર્ਜੀ ਇੰਟਰਮਿਕਸ ਹੋਣੀ ਸਟਾਰਟ ਹੋ ਜਾਂਦੀ ਹੈ। ਮਤਲਬ 3s ਤੇ 3p ਦੇ ਜਿਹੜੇ ਇਲੈਕਟ੍ਰੋਨਸ ਨੇ ਉਹ ਇਸ ਪਰਟੀਕੂਲਰ ਲੋਕੇਸ਼ਨ ਤੇ ਜਾ ਕੇ ਇੰਟਰਮਿਕਸ ਹੁੰਦੇ ਨੇ। ਠੀਕ ਹੈ, ਇੰਟਰਮਿਕਸ ਹੋ ਕੇ ਉਹਨਾਂ ਦੀ ਕੋਈ ਵੀ ਫਿਕਸਡ એનર્ਜੀ ਨਹੀਂ ਹੈ। ਜਿਵੇਂ ਉਹ ਰੋਟੇਟ ਹੋ ਰਹੇ ਨੇ ਇਹ ਕਰਕੇ ਸਟ੍ਰਾਈਕ ਕਰ ਰਹੇ ਨੇ, ਕਦੀ ਸਟ੍ਰਾਈਕ ਕਰਦੇ ਆ ਕਦੀ ਨਹੀਂ ਕਰਦੇ। ਜਦੋਂ ਸਟ੍ਰਾਈਕ ਕਰਦੇ ਆ એનર્ਜੀ ਵੱਧ ਜਾਂਦੀ ਹੈ, ਜਦੋਂ ਸਟ੍ਰਾਈਕ ਨਹੀਂ ਕਰਦੇ એનર્ਜੀ ਘਟ ਜਾਂਦੀ ਹੈ। ਤਾਂ ਇਹ ਕੀ ਆਪਣੇ ਕੋਲ ਅਨਸਟੇਬਲ ਪੋਜੀਸ਼ਨ ਹੈ। ਠੀਕ ਹੈ, ਤਾਂ ਆਪਾਂ ਇਸ 'ਚ ਵਰਡਿੰਗ ਕੀ ਯੂਜ਼ ਕਰਾਂਗੇ, in this stage atoms are unstable as electrons starts striking each other and their energy varies। ठीक है, एक दूसरे को स्ट्राइक कर रहे हैं तो उन्होंने एनर्जी की करूँगी वेरी करूँगी। सिंपल, इतना क्लियर। their energy varies here, outermost electrons are most unstable। ਜਿਹੜੇ outermost electrons ਨੇ ਉਹ ਸਭ ਤੋਂ ਵੱਧ ਅਨਸਟੇਬਲ ਨੇ। ਤਾਂ ਇਹ ਕਦੋਂ ਹੋ ਗਿਆ, ਜਦੋਂ ਉਹਨਾਂ ਦਾ ਡਿਸਟੈਂਸ ਕਿੰਨਾ ਹੈਗਾ, OC ਤੋਂ ਜ਼ਿਆਦਾ ਤੇ OB ਤੋਂ ਘੱਟ। ਸਿੰਪਲ, ਤਾਂ ਆਪਣੇ ਕੋਲੇ ਥਰਡ ਕੇਸ ਬਣ ਗਿਆ। ਸੈਕੰਡ ਕੇਸ ਬਣ ਗਿਆ ਜਿਸ ਮੂਵਮੈਂਟ ਤੇ ਡਿਸਟੈਂਸ ਕਿੰਨਾ ਹੈ, OB ਤੋਂ ਤੇ OC ਦੇ ਵਿਚਕਾਰ ਹੈ। ਠੀਕ ਹੈ, ਫਿਰ ਆਪਣੇ ਕੋਲ ਬਣਦਾ ਹੈਗਾ ਥਰਡ ਕੇਸ। ਥਰਡ ਕੇਸ ਕੀ ਬਣੂਗਾ ਕਿ ਜਦੋਂ ਡਿਸਟੈਂਸ OC ਦੀ ਹੈ, when distance become OC। ਜੇ ਦੋ ਐਟਮਸ ਦੇ ਵਿਚਕਾਰ OC ਡਿਸਟੈਂਸ ਆ ਚੁੱਕਿਆ
ठीक है। ਤਾਂ ਇਸ ਸਿਨੈਰੀਓ ਦੇ ਵਿੱਚ ਇਸ ਕੇਸ ਦੇ ਵਿੱਚ ਜਿਹੜੇ ਇਲੈਕਟ੍ਰੋਨ 3s ਤੇ 3p ਦੇ ਨੂੰ ਆਪਸ ਵਿੱਚ ਇੰਟਰਮਿਕਸ ਹੋ ਗਏ। ਧਿਆਨ ਨਾਲ ਦੇਖੋ ਡਾਇਗਰਾਮ 'ਚ, ਇਸ particular ਏਰੀਏ 'ਚ ਇਲੈਕਟ੍ਰੋਨਸ ਕੀ ਹੋ ਗਏ, ਇੰਟਰਮਿਕਸ ਹੋ ਗਏ। ਜਦ ਇੰਟਰਮਿਕਸ ਹੋ ਗਏ ਤਾਂ ਆਪਾਂ 3s ਤੇ 3p ਦੇ ਇਲੈਕਟ੍ਰੋਨਸ ਨੂੰ ਅਲੱਗ-ਅਲੱਗ ਨਹੀਂ ਸ਼ੋ ਕਰ ਸਕਦੇ। ਆਪਾਂ ਨੂੰ ਨਹੀਂ, ਖੁਦ ਵੀ ਨਹੀਂ ਪਤਾ ਲੱਗੂਗਾ ਕਿ ਕਿਹੜੇ ਇਲੈਕਟ੍ਰੋਨ 3p ਵਾਲੇ ਸੀਗੇ, ਕਿਹੜੇ 3s ਵਾਲੇ ਸੀਗੇ, ਸਾਰੇ ਕੀ ਹੋ ਗਏ, ਆਪਸ ਵਿੱਚ ਇੰਟਰਮਿਕਸ ਹੋ ਗਏ। ਤਾਂ ਉਹਨਾਂ ਦੇ ਕੀ ਹੋ ਗਿਆ, ਬੌਂਡ ਫਾਰਮੇਸ਼ਨ ਹੋਣੀ ਸਟਾਰਟ ਹੋ ਗਈ। ਤਾਂ ਆਪਣੇ ਕੋਲ ਉਸੇ ਡਿਸਟੈਂਸ ਤੇ ਬੌਂਡ ਫਾਰਮੇਸ਼ਨ ਸਟਾਰਟ ਹੋ ਜਾਂਦੀ ਹੈ ਤੇ ਆਪਾਂ ਅਲੱਗ-ਅਲੱਗ ਇਲੈਕਟ੍ਰੋਨਸ ਨਹੀਂ ਕਰ ਸਕਦੇ। ਠੀਕ ਹੈ, ਤਾਂ ਕੀ ਹੋਊਗਾ ਹੇਅਰ all 3s and 3p electrons intermix and it is impossible for us to say या distinguish भी लिख सकते हैं, to say which electron is of which electron is of which subshell। ਤਾਂ ਕਿਹੜਾ ਇਲੈਕਟ੍ਰੋਨ ਕਿਹੜੇ ਸਬ ਸ਼ੈਲ ਦਾ ਹੈ ਉਹ ਆਪਾਂ ਨਹੀਂ ਦੱਸ ਸਕਦੇ ਜਦੋਂ ਦੋਨਾਂ ਦੇ ਵਿਚਕਾਰ ਡਿਸਟੈਂਸ ਕਿੰਨਾ ਹੈ, OC ਹੈ। ਠੀਕ ਹੈ, ਆਪਾਂ ਨਹੀਂ ਡਿਸਟਿੰਗੁਇਸ਼ ਕਰ ਸਕਦੇ ਬਿਕੋਜ਼ 3s ਤੇ 3p ਮਿਕਸ ਹੋ ਗਏ। ਆਪਾਂ ਸਿਰਫ ਇਹ ਕਹਿ ਸਕਦੇ ਹਾਂ ਕਿ ਆਪਣੇ ਕੋਲ ਟੋਟਲ ਸਪੇਸ ਕਿੰਨੀ ਸੀ, 8 ਇਲੈਕਟ੍ਰੋਨਸ ਦੀ, ਜਿਹਦੇ ਵਿੱਚੋਂ 2 3s ਵਾਲੇ ਨੇ। ਠੀਕ ਹੈ, ਸਟੇਟਮੈਂਟ ਦੇਖ ਲਓ, we can only say that there are 8 n vacancies। n ਦਾ ਮਤਲਬ ਕੀ, ਆਪਣੇ ਕੋਲ ਐਵੋਗੈਡਰੋ ਨੰਬਰ ਲਗਾ ਲਓ, ਕਿਉਂਕਿ ਆਪਾਂ ਇੱਕ ਐਟਮ ਦੇ ਨਾਲ ਸਾਰੇ ਐਟਮਸ ਇਕੱਠੇ ਕਰਦੇ। ਆਊਟ ਆਫ ਵਿਚ, ਜਾਂ ਫਿਰ ਕੰਪਲੀਟ ਸਟੇਟਮੈਂਟ ਕਰਨੀ ਹੈ, 8 ਕਿੱਥੋਂ ਹੈ ਆਪਣੇ ਕੋਲ, ਕਿ 2 ਤਾਂ ਆਪਣੇ ਕੋਲ 3s ਵਾਲੇ ਨੇ 2n, ਤੇ 6n ਕਿਹੜੇ ਨੇ 3p ਵਾਲੇ ਨੇ। 2n from 3s and 6n from 3p। ਠੀਕ ਹੈ, 3p ਦੇ ਕਿੰਨੇ ਨੇ ਆਪਣੇ ਕੋਲ 6s, ਤੇ 2n ਦੇ ਕਿੱਥੋਂ ਨੇ 3s ਦੇ। ਆਊਟ ਆਫ ਵਿਚ 4 ਫਿਲਡ ਨੇ, 4 ਵੈਕੈਂਸੀ ਨੇ। ਆਪਣੇ ਕੋਲ 4 ਇਲੈਕਟ੍ਰੋਨ ਇੱਥੇ ਮਿਕਸ ਹੋਏ ਪਏ ਨੇ, 1 2 3 4, ਤੇ 4 ਵੈਕੈਂਸੀਜ਼ ਅਵੇਲੇਬਲ ਨੇ। ਆਊਟ ਆਫ ਵਿਚ 4n are filled and 4n are empty। out of which 4n are filled and 4n are empty। ठीक है, ਤਾਂ ਆਪਾਂ ਸਿਰਫ ਇੰਨੀ ਗੱਲ ਕਹਿ ਸਕਦੇ ਹਾਂ ਕਿ 3s ਤੇ 3p ਦੇ ਇਲੈਕਟ੍ਰੋਨਸ ਮਿਕਸ ਹੋ ਗਏ ਕਿਹੜੇ ਕਿਹਦਾ, ਇਹ ਨਹੀਂ ਡਿਸਟਿੰਗੁਇਸ਼ ਕਰ ਸਕਦੇ। ਆਪਾਂ ਨੂੰ ਸਿਰਫ ਇੰਨਾ ਕੁ ਪਤਾ ਕਿ ਉਹਦੇ ਵਿੱਚ ਸਿਰਫ 8 ਵੈਕੈਂਸੀਜ਼ ਅਵੇਲੇਬਲ ਨੇ, ਜਿਹਦੇ ਵਿੱਚੋਂ 2 ਵੈਕੈਂਸੀਜ਼ 2n ਵੈਕੈਂਸੀਜ਼ ਕਿਹਦੀਆਂ ਨੇ 3s ਦੀਆਂ, ਤੇ 6 ਵੈਕੈਂਸੀਜ਼ ਕਿਹਦੇ ਨੇ 3p ਦੀਆਂ। ਹੁਣ ਇਹਨਾਂ 2n ਤੇ 6n ਵੈਕੈਂਸੀ ਦੇ ਵਿੱਚੋਂ 4 ਤਾਂ ਇਲੈਕਟ੍ਰੋਨ ਫਿਲ ਹੋ ਗਏ 4n ਵਾਲੇ, ਤੇ 4 ਵੈਕੈਂਸੀ ਕੀ ਬਚ ਗਈਆਂ ਆਪਣੇ ਕੋਲ, ਵੀਕੈਂਡ ਬਚ ਗਈਆਂ। ਠੀਕ ਹੈ, ਆਪਾਂ ਸਿਰਫ ਇੰਨੀ ਸਟੇਟਮੈਂਟ ਕਹਿ ਸਕਦੇ ਹਾਂ, ਜਦੋਂ ਦੋ ਐਟਮਸ ਦੇ ਵਿਚਕਾਰਲਾ ਡਿਸਟੈਂਸ ਕਿੰਨਾ ਹੋ ਗਿਆ, OC ਹੋ ਗਿਆ। ਬਟ ਹਾਲੇ ਵੀ ਸਿਸਟਮ ਸਟੇਬਲ ਨਹੀਂ ਹੈ, ਮਤਲਬ ਆਪਣੇ ਕੋਲ ਆ ਬੌਂਡ ਬਣਨੇ। ਧਿਆਨ ਨਾਲ ਦੇਖਿਓ ਤੇ ਸਿਲੀਕੋਨ ਦਾ, ਸਿਲੀਕੋਨ ਇਸ ਟਾਈਪ ਦਾ ਬੌਂਡ ਬਣਾਉਂਦਾ ਹੈ, ਕੋਵੈਲੈਂਟ ਬੌਂਡਿੰਗ ਹੁੰਦੀ ਹੈ, ਤਾਂ ਬੌਂਡਿੰਗ ਬਣ ਜਾਂਦੀ ਹੈ। ਹੋਪ ਸਾਰਿਆਂ ਨੂੰ ਵਿਜ਼ੀਬਲ ਹੋ ਰਿਹਾ ਹੋ। ਠੀਕ ਹੈ, ਤਾਂ ਐਕਚੁਅਲ 'ਚ ਕੀ ਹੋ ਰਿਹਾ, ਹਲੇ ਵੀ ਇਹ ਬੌਂਡ ਫਾਰਮੇਸ਼ਨ ਚੱਲ ਰਿਹਾ, ਬਟ ਇਹ ਪ੍ਰੋਪਰਲੀ ਬੌਂਡਿੰਗ ਸਟੇਟ 'ਚ ਨਹੀਂ ਆਇਆ। ਬੌਂਡਿੰਗ ਸਟੇਟ 'ਚ ਕਦੋਂ ਹੋਊਗਾ, ਜਦੋਂ ਡਿਸਟੈਂਸ ਹੋ ਜਾਊਗਾ OD। ਤਾਂ ਹੀ ਲਿਖਿਆ ਸੀ ਬੌਂਡ ਡਿਸਟੈਂਸ। ਜਦੋਂ ਐਟਮ ਦਾ ਆਪਸ 'ਚ ਬੌਂਡ ਬਣ ਜਾਊਗਾ ਤਾਂ ਉਹ ਪੱਕੇ ਜੁੜ ਜਾਣਗੇ, ਕੋਵੈਲੈਂਟ ਬੌਂਡ ਬਣ ਜਾਊਗਾ। ਉਸ ਮੂਵਮੈਂਟ ਤੇ ਉਸ ਡਿਸਟੈਂਸ ਨੂੰ ਕਹਾਂਗੇ ਬੌਂਡਿੰਗ ਸਟੇਟ, ਤੇ ਕੰਡੀਸ਼ਨ ਨੂੰ ਕੀ ਕਹਾਂਗੇ ਆਪਾਂ, ਬੌਂਡਿੰਗ ਕੰਡੀਸ਼ਨ। ਤਾਂ ਆਪਣੇ ਕੋਲ ਥਰਡ ਕੇਸ ਹੋ ਗਿਆ, ਜਦੋਂ ਡਿਸਟੈਂਸ OC ਹੈ। ਹੁਣ ਕਿੰਨਾ ਡਿਸਟੈਂਸ ਆ ਜਾਊ, OD। ਸਿੰਪਲ ਹੋ ਗਿਆ, OC ਤੋਂ ਲੈ ਕੇ OD ਤੱਕ ਸਭ ਕੁਝ ਸੇਮ ਚੱਲੂਗਾ, ਫਰਕ ਤੇ ਪੈ ਜਾਊ ਸਿਰਫ OD ਤੇ। ਤਾਂ ਜਦੋਂ ਇਹ ਬੌਂਡਿੰਗ ਪ੍ਰੋਪਰ ਹੋ ਜੂਗੀ, that particular distance we call as OD। ਠੀਕ ਹੈ, ਤਾਂ ਨੈਕਸਟ ਪੁਆਇੰਟ ਬਣਦਾ ਹੈ when distance becomes OD। ਤੇ ਕਿਹੜਾ ਡਿਸਟੈਂਸ ਹੈ ਇਹ, ਇੰਟਰਮੋਲੀਕੂਲਰ ਡਿਸਟੈਂਸ ਹੈ ਬਿਟਵੀਨ ਸਿਲੀਕੋਨ ਐਟਮਸ। ਠੀਕ ਹੈ, ਇੰਟਰ ਐਟੋਮਿਕ ਡਿਸਟੈਂਸ, ਸਪੇਸਿੰਗ ਜਿਸਨੂੰ ਆਪਾਂ ਕਹਿ ਸਕਦੇ ਹਾਂ। ਤਾਂ this distance is same, ਦੇਖ ਲਓ, this distance is same as
interatomic spacing, as interatomic spacing between silicon atoms. Interatomic spacing between सिलिकॉन्स एटम्स, ठीक है। ਹੁਣ ਇਸ 'ਚ ਕੀ ਹੋ ਚੁੱਕਿਆ ਹੈ, ਇਸ 'ਚ ਹਾਈਲੀ ਮੋਡੀਫਾਈ ਹੋ ਚੁੱਕਿਆ ਹੈ। ਧਿਆਨ ਨਾਲ ਦੇਖੋ, ਇਹ ਇਲੈਕਟ੍ਰੋਨ ਬੌਂਡਿੰਗ ਸਟੇਟ 'ਚ ਆ ਗਏ। ਬੌਂਡਿੰਗ ਸਟੇਟ 'ਚ ਆ ਕੇ ਉਹ ਕਿੱਥੇ ਪਹੁੰਚ ਕੇ ਵੈਲੈਂਸ ਬੌਂਡ 'ਚ ਪਹੁੰਚ ਗਏ, ਕਿਉਂ ਬੌਂਡਿੰਗ ਸਟੇਟ ਦੇ ਵਿੱਚ। ਜਦੋਂ ਆਪਾਂ ਹੁਣ ਇਹ ਯੈਲੋ ਵਾਲਾ ਸਾਰਾ ਨੋਟ ਕਰ ਲਿਆ, ਉਮੀਦ ਕਰ ਰਹੇ ਨਹੀਂ ਨੋਟ ਹੋਇਆ ਤਾਂ ਵੀਡੀਓ ਨੂੰ ਪੌਜ਼ ਕਰਕੇ ਨੋਟ ਕਰੋ, ਐਂਡ ਇਸ ਵੀਡੀਓ ਨੂੰ ਤੁਹਾਨੂੰ 2 ਵਾਰ ਦੇਖਣਾ ਪਊ ਤਾਂ ਜਾ ਕੇ ਤੁਹਾਨੂੰ ਪ੍ਰੋਪਰਲੀ ਕਲੀਅਰ ਹੋਊਗਾ, ਠੀਕ ਹੈ। ਥਿਊਰੀ ਇੱਕ ਵਾਰ ਲਿਖ ਲਓ, ਫਿਰ ਉਸ ਤੋਂ ਬਾਅਦ ਐਕਸਪਲੇਨ ਦਾ ਦੁਬਾਰਾ ਕਰਨਾ ਹੀ ਹੈ ਮੈਨੂੰ ਡਿਸਟੈਂਸਿਸ ਨੂੰ, ਬਟ ਇੱਕ ਵਾਰ ਥਿਊਰੀ ਲੈਂਥੀ ਹੋ ਜਾਂਦੀ ਹੈ, ਉਸਨੂੰ ਲਿਖਣਾ ਜ਼ਰੂਰੀ ਹੋ ਜਾਂਦਾ ਹੈ। ਤਾਂ ਦੇਖ ਲਓ ਕਿ ਆਪਣੇ ਕੋਲ ਦੋ ਲੈਟਸ ਸੇ ਸਿਲੀਕਨ ਐਟਮਸ ਨੇ, ਆਹੀ ਦੇਖ ਲਓ ਸਿਲੀਕਨ ਐਟਮਸ ਨੇ, ਇਹ ਆਪਣੇ ਕੋਲ ਬੌਂਡਡ ਸਟੇਟ ਹੈ। ਤਾਂ ਬੌਂਡਡ ਸਟੇਟ ਦੇ ਵਿੱਚ ਇਹਨਾਂ 'ਚ ਡਿਸਟੈਂਸ ਕਿੰਨਾ OD, ਤਾਂ ਇਹਨਾਂ ਦੀ એનર્ਜੀ ਕੀ ਹੋ ਜੂਗੀ, ਸਟੇਬਲ ਹੋ ਜੂਗੀ। ਤਾਂ એનર્ਜੀ ਆਪਾਂ ਕਹਿ ਸਕਦੇ ਹਾਂ ਬੈਲੈਂਸ એનર્ਜੀ ਬੈਂਡ ਵਾਲੀ એનર્ਜੀ ਹੈ, ਠੀਕ ਹੈ। ਜੇ ਆਪਾਂ ਨੇ ਇਸ ਨੂੰ ਹੀਟ ਦੇਵਾਂਗੇ ਤਾਂ ਬੌਂਡ ਟੁੱਟੂਗਾ, ਕਿੰਨੀ ਹੀਟ ਦੇਣੀ ਪਊ, EG। EG ਕੀ ਹੈ, ਬੌਂਡ ਤੋੜਨ ਵਾਸਤੇ એનર્ਜੀ ਹੈ। ਜਦੋਂ ਆਪਣੇ ਕੋਲ ਬੌਂਡ ਟੁੱਟ ਜੂਗਾ ਤਾਂ ਜਿਹੜਾ ਇਲੈਕਟ੍ਰੋਨ ਪਹਿਲਾਂ ਵੀ E एनर्जी ਸੀਗੀ, ਜਿਹਦੀ एनर्जी ਸੀਗੀ ਲੈਟਸ ਸੇ VE ਸੀ, ਤਾਂ ਉਸ 'ਚ ਆਪਾਂ ਨੇ ਕਿੰਨੀ एनर्जी ਐਡ ਕਰਤੀ, EG। ਤਾਂ ਉੱਪਰ ਵੇਕੈਂਟ ਹੋ ਗਿਆ, ਤਾਂ ਉਹ ਕੀ ਬਣ ਜੂ, ਕੰਡਕਸ਼ਨ ਬੈਂਡ ਦੀ એનર્ਜੀ ਆ ਜੂ। ਤਾਂ ਸਿੰਪਲ ਜਿਹਾ ਲੌਜਿਕ ਹੈ। ਲੈਟਸ ਸੇ ਆਪਣੇ ਕੋਲ ਪਹਿਲਾਂ એનર્ਜੀ ਸੀ 5 ਇਲੈਕਟ੍ਰੋਨ ਵੋਲਟ, 2 ਇਲੈਕਟ੍ਰੋਨ ਵੋਲਟ ਐਕਸਟਰਾ ਦੇਤੀ ਤਾਂ ਹੁਣ ਕਿੰਨੀ ਹੋ ਗਈ, 7 ਇਲੈਕਟ੍ਰੋਨ ਵੋਲਟ ਹੋ ਗਈ। ਤਾਂ ਲੌਜਿਕ ਕੀ, ਆਪਣੇ ਕੋਲ ਪਹਿਲਾਂ ਜਦੋਂ ਬੌਂਡਡ ਸਟੇਟ ਸੀ ਉਸ 'ਚ ਕੁਛ એનર્ਜੀ ਸੀ, ਉਸਦੇ ਵਿੱਚ ਆਪਾਂ ਨੇ ਜਿਹੜੀ ਫੋਰਬਿਡਨ એનર્ਜੀ ਗੈਪ ਵਾਲੀ ਸੀ, ਡਿਸਟੈਂਸ ਵਾਲੀ એનર્ਜੀ ਸੀ, ਉਹ ਕੀ ਹੈ ਆਪਣੇ ਕੋਲ, ਹੀਟ ਦੇਵਾਂਗੇ ਆਪਾਂ ਬੌਂਡ ਨੂੰ, ਜਿਸ ਨਾਲ ਬੌਂਡ ਟੁੱਟ ਕੇ ਉਹ ਇਲੈਕਟ੍ਰੋਨਸ ਨੂੰ ਅਲੱਗ-ਅਲੱਗ ਕਰ ਦੂਗਾ। ਜਦੋਂ ਬੌਂਡ ਟੁੱਟੂਗਾ ਇਲੈਕਟ੍ਰੋਨ ਕਿੱਥੇ ਹੋ ਜਾਊਗਾ, ਵੇਕੈਂਟ ਹੋ ਜਾਊਗਾ, ਇਲੈਕਟ੍ਰੋਨ ਫਿਰ ਉਹ ਫ੍ਰੀ ਮੂਵ ਕਰ ਸਕਦਾ ਹੈ, ਤਾਂ ਉਹਦੀ એનર્ਜੀ ਹੋ ਜਾਊ ਕੰਡਕਸ਼ਨ ਬੈਂਡ ਵਾਲੀ। ਤਾਂ ਆਪਣੇ ਕੋਲ ਇਹੀ ਹੈ ਕਿ OD ਪੁਆਇੰਟ ਤੇ ਜਦੋਂ ਬੌਂਡ ਬਣ ਚੁੱਕਿਆ ਹੈ, ਉਸ ਮੂਵਮੈਂਟ ਤੇ ਸਟੇਬਲ ਹੋਣ ਦੇ ਕਾਰਨ ਉਹਦੀ એનર્ਜੀ ਘਟ ਗਈ। ਜਦੋਂ એનર્ਜੀ ਘਟ ਗਈ ਤਾਂ ਆਟੋਮੈਟਿਕਲੀ ਸਟੇਬਲ ਹੋ ਗਿਆ। ਜੇ ਆਪਾਂ ਉਸਨੂੰ ਦੋ ਟਾਈਪ ਦੇ ਇਸ 'ਚ એનર્ਜੀ ਬੈਂਡ ਬਣ ਗਏ, ਇੱਕ ਬਣ ਜੂ ਵੈਲੈਂਸ ਬੈਂਡ, ਇੱਕ ਬਣ ਜੂ ਕੰਡਕਸ਼ਨ ਬੈਂਡ। ਵੈਲੈਂਸ ਬੈਂਡ ਉਹੀ ਹੈ, ਉਹ એનર્ਜੀ ਬੈਂਡ ਜਦੋਂ ਉਹ ਬੌਂਡਡ ਸਟੇਟ ਦੇ ਵਿੱਚ ਹੈ। ਜਦੋਂ ਉਸਨੂੰ ਆਪਾਂ ਹੀਟ ਦੇਵਾਂਗੇ, ਕਿੰਨੀ ਹੀਟ ਰਿਕੁਆਇਰਡ ਹੈ ਬੌਂਡ ਤੋੜਨ ਵਾਸਤੇ, that is given by the numerical value of EG, that is forbidden energy gap। ਜਦੋਂ EG એનર્ਜੀ ਦੇਤੀ, ਬੌਂਡ ਟੁੱਟ ਗਿਆ, ਬੌਂਡ ਟੁੱਟ ਗਿਆ, ਇਲੈਕਟ੍ਰੋਨ ਦੀ એનર્ਜੀ ਵੱਧ ਗਈ, ਇਲੈਕਟ੍ਰੋਨ ਦੀ એનર્ਜੀ ਵੱਧ ਗਈ ਤਾਂ ਉਹ ਕਿਹੜੀ ਜਗ੍ਹਾ ਤੇ ਐਂਟਰ ਕਰ ਜੂ, ਕੰਡਕਸ਼ਨ ਬੈਂਡ ਦੇ ਵਿੱਚ। ਬੌਂਡਿੰਗ ਸਟੇਟ 'ਚ ਕਿੱਥੇ ਹੋਊਗਾ ਉਹ, ਵੈਲੈਂਸ ਬੈਂਡ ਦੇ ਵਿੱਚ, ਠੀਕ ਹੈ। ਤਾਂ OD ਜਿਹੜਾ ਡਿਸਟੈਂਸ ਹੈ, ਇਹ ਦੋ ਐਟਮ ਦੇ ਵਿਚਕਾਰਲਾ ਇੰਟਰ ਐਟੋਮਿਕ ਡਿਸਟੈਂਸ ਹੈ, ਜਦੋਂ ਉਹ ਆਪਸ 'ਚ ਬੌਂਡਡ ਸਟੇਟ ਦੇ ਵਿੱਚ ਹੈ, ਠੀਕ ਹੈ। ਤਾਂ ਇੱਥੇ ਕੀ ਹੁੰਦਾ ਆਪਣੇ ਕੋਲ, ਜਿਹੜੇ એનર્ਜੀ ਲੈਵਲਸ ਨੇ ਮੋਡੀਫਾਈ ਹੋ ਜਾਣਗੇ, ਮੋਡੀਫਾਈ ਹੋ ਕੇ ਉਹ ਕੁਝ ਬਣਾ ਲੈਣਗੇ ਵੈਲੈਂਸ એનર્ਜੀ ਬੌਂਡ, ਕੁਝ ਬਣਾ ਲੈਣਗੇ ਕੰਡਕਸ਼ਨ એનર્ਜੀ ਬੌਂਡ। ਬੌਂਡਿੰਗ ਸਟੇਟ ਦੇ ਵਿੱਚ ਵੈਲੈਂਸ ਚੱਲੂਗਾ, ਤੋੜਾਂਗੇ ਤਾਂ ਉਹ ਕਿਸ 'ਚ ਐਂਟਰ ਕਰ ਜੂ, ਕੰਡਕਸ਼ਨ ਦੇ ਵਿੱਚ ਐਂਟਰ ਕਰ ਜੂ, ਠੀਕ ਹੈ। ਤਾਂ ਹੁਣ ਥਿਊਰੀ ਲਿਖਵਾ ਰਿਹਾ, ਦੇਖ ਲਓ। देयर highly modified energy level exist, energy level formed कह देंगे, formed when the bond forms atoms got stable and energy of electrons in the bond decreases, energy of electron in the bond decreases, which enters valence energy band, ठीक है। बॉन्ड की जगह बैंड लिखांगे, वैलेंस एनर्जी बैंड। another energy band is formed, another
energy band called conduction E band is formed where electron will lie when bond is broken। ਜਦੋਂ ਦਾ ਬੌਂਡ ਟੁੱਟ ਜੂਗਾ ਫਿਰ ਉਸ ਚ एनर्जी लाई करो। थ्योरी लेंथी लेंथी है और कुछ नहीं है। The average energy difference, the average energy difference between two bands is Eg। Eg is called forbidden energy gap। ठीक है, ਤੇ ਇਲੈਕਟ੍ਰੋਨ ਕਦੀ ਵੀ Eg ਦੇ ਵਿੱਚ ਨਹੀਂ ਹੁੰਦਾ। Eg ਕੀ ਹੈ, એનર્ਜੀ ਰਿਕੁਆਇਰਡ ਟੂ ਸਪਲਾਈ ਟੂ ਬ੍ਰੇਕ ਦਾ ਬੌਂਡ। ਤੇ Eg ਕੀ ਹੋ ਜਾਊ ਆਪਣੇ ਕੋਲ, ਕੰਡਕਸ਼ਨ ਬੈਂਡ ਤੇ ਵੇਲੈਂਸ ਬੈਂਡ ਦੇ ਵਿਚਕਾਰਲਾ એનર્ਜੀ ਡਿਫਰੈਂਸ ਹੈ, ਇਹ ਉਦੋਂ ਸਪਲਾਈ ਕੀਤਾ ਜਾਊਗਾ ਜਦੋਂ ਬੌਂਡ ਨੂੰ ਤੋੜਨਾ ਹੈ। ਜਦੋਂ ਬੌਂਡ ਬਣ ਗਿਆ ਉਸ ਮੂਵਮੈਂਟ ਤੇ ਐਟਮ ਸਟੇਬਲ ਹੋ ਗਿਆ, ਐਟਮ ਸਟੇਬਲ ਹੋਇਆ ਤਾਂ ਉਹਦੇ ਇਲੈਕਟ੍ਰੋਨਸ ਦੀ એનર્ਜੀ ਘਟ ਗਈ। ਉਹਨਾਂ ਦੀ એનર્ਜੀ ਕਿੱਥੇ ਲਾਈ ਕਰੂਗੀ, ਵੈਲੈਂਸ ਬੈਂਡ ਦੇ ਵਿਚਕਾਰ, ਵੈਲੈਂਸ એનર્ਜੀ ਬੈਂਡ ਦੇ ਵਿਚਕਾਰ। ਜਦੋਂ ਆਪਾਂ ਨੇ ਉਹਨਾਂ ਵੈਲੈਂਸ ਬੈਂਡ ਨੂੰ ਤੋੜਨਾ ਹੈ, ਠੀਕ ਹੈ, ਆਪਾਂ ਨੇ ਕੀ ਦਿੱਤੀ, ਫੋਰਬਿਡਨ એનર્ਜੀ ਗੈਪ ਜਿਹੀ એનર્ਜੀ ਸਪਲਾਈ ਕੀਤੀ। ਜਦੋਂ ਆਪਾਂ ਨੇ એનર્ਜੀ ਸਪਲਾਈ ਕਰਤੀ ਤਾਂ ਉਹ ਕਿੱਥੇ ਪਹੁੰਚ ਗਈ, ਉਹ ਕੰਡਕਸ਼ਨ ਬੈਂਡ ਵਿੱਚ ਪਹੁੰਚ ਗਈ। ਕੰਡਕਸ਼ਨ ਬੈਂਡ ਵਿੱਚ ਪਹੁੰਚ ਕੇ ਉਹ ਟੁੱਟ ਕੇ ਇੰਡੀਵਿਜੂਅਲ ਐਟਮਸ ਇਲੈਕਟ੍ਰੋਨਸ ਸਿਲੈਕਟ ਕਰਨਗੇ ਜਿਹੜੇ ਇਲੈਕਟ੍ਰਿਸਿਟੀ ਨੂੰ ਕੰਡਕਟ ਕਰ ਸਕਦੇ ਨੇ, ਜਿਹੜੇ ਹੀਟ ਨੂੰ ਕੰਡਕਟ ਕਰ ਸਕਦੇ ਨੇ। ਠੀਕ ਹੈ, ਕਿ ਜਦ ਤੱਕ ਆਪਣੇ ਕੋਲ ਐਟਮਸ ਦੂਰ ਦੂਰ ਸੀਗੇ, ਇੱਕ ਵਾਰੀ ਨੋਟ ਕਰ ਲਓ, ਚਾਹੇ ਪੌਜ਼ ਕਰਕੇ ਨੋਟ ਕਰ ਲਓ। ਠੀਕ ਹੈ, ਫਿਰ ਮੈਂ ਇਸਨੂੰ ਦੁਬਾਰਾ ਐਕਸਪਲੇਨ ਕਰਦਾ। ਰਿਟਨ ਪਾਰਟ ਆਪਣਾ ਖਤਮ ਹੋ ਗਿਆ, ਐਕਸਪਲੇਨੇਸ਼ਨ ਪੈਂਡਿੰਗ ਹੈ। ਇੱਕ ਦੋ ਡੈਫੀਨੇਸ਼ਨਸ ਨੇ ਉਹ ਵੀ ਅੱਜ ਹੀ ਕਰ ਲਾਂਗੇ ਆਪਾਂ, ਸਿੰਪਲ ਸਿੰਪਲ ਨੇ, ਜਿਵੇਂ ਵੈਲੈਂਸ ਬੈਂਡ, ਕੰਡਕਸ਼ਨ ਬੈਂਡ। ਹੁਣ ਇਸ ਨੂੰ ਵੀਡੀਓ ਨੂੰ ਚਾਹੇ ਪੌਜ਼ ਕਰਕੇ ਨੋਟ ਕਰ ਲਓ, ਕਿਉਂਕਿ ਮੈਨੇ ਇੱਥੇ ਹੀ ਮੈਨੂੰ ਐਕਸਪਲੇਨ ਕਰਨਾ ਪਊਗਾ ਜੇ ਤੁਹਾਡਾ ਨੋਟ ਨਹੀਂ ਹੋਇਆ। ਦੇਖ ਲਓ ਆਪਣੇ ਕੋਲ ਜੈਟ ਐਟਮਸ ਦੂਰ ਦੂਰ ਨੇ, ਉਹਨਾਂ ਦੇ ਔਰਬਿਟਸ ਕੋਈ ਟੱਕਰ ਨਹੀਂ ਮਾਰ ਰਹੇ, ਤਾਂ ਉਹਨਾਂ 'ਚ ਡਿਸਟੈਂਸ ਕਿੰਨਾ ਹੈਗਾ, ਉਹੀ। ਜਦੋਂ ਇਹ ਨੇੜੇ ਆਣੇ ਸਟਾਰਟ ਕੀਤੇ ਤਾਂ ਨੇੜੇ ਆ ਗਏ ਆਪਣੇ ਕੋਲ, ਆ ਨੇੜੇ ਆ ਗਏ ਤਾਂ ਡਿਸਟੈਂਸ ਕਿੰਨਾ ਬਣ ਗਿਆ, ਉਹ ਬੀ। ਤਾਂ ਉਹ ਵੀ ਡਿਸਟੈਂਸ ਹੋ ਗਿਆ। ਹੁਣ ਇਹਨਾਂ ਦੇ ਵਿਚਕਾਰ ਐਟਮਸ ਜਿਹੜੇ ਇਲੈਕਟ੍ਰੋਨਸ ਨੇ ਆਊਟਰ ਔਰਬਿਟ ਦੇ ਵਿੱਚ ਇੱਕ ਦੂਜੇ ਨੂੰ ਸਟਰਾਈਕ ਕਰਨੇ। ਜਦੋਂ ਇੱਕ ਦੂਜੇ ਨੂੰ ਸਟਰਾਈਕ ਕਰਨੇ ਉਸ ਮੂਵਮੈਂਟ ਤੇ ਇਹਨਾਂ ਦੀ ਡਿਸਟੈਂਸ ਕੀ ਹੈ, ਘਟਨਾ ਹੋਣਾ ਸਟਾਰਟ ਹੋ ਜੂ। ਇਹਨਾਂ ਦੀ ਜਿਹੜਾ એનર્ਜੀ ਲੈਵਲਸ ਆ ਉਹ ਚੇਂਜ ਕਰਨਗੇ। ਠੀਕ ਹੈ, ਹੋਰ ਨੇੜੇ ਲਿਆਏ ਆਪਾਂ, ਫਿਰ ਆਪਣੇ ਕੋਲ ਇੱਕ ਡਿਸਟੈਂਸ ਸਿੱਧਾ ਆ ਜਾਊਗਾ ਜਦੋਂ ਬੌਂਡਿੰਗ ਬਣ ਗਈ। ਤਾਂ ਬੌਂਡਿੰਗ ਬਣ ਗਈ ਆਪਣੇ ਕੋਲ, ਤਾਂ ਐਟਮਸ ਲਾਈਕ ਦਿਸ, ਦੋ ਸੈਂਟਰਸ ਨੇ, ਇਲੈਕਟ੍ਰੋਨਸ ਇਹਨਾਂ 'ਚ ਹੋਣਗੇ ਤੇ ਇਲੈਕਟ੍ਰੋਨਸ ਇੱਥੇ ਹੀ ਰੋਟੇਟ ਹੋਈ ਜਾਣਗੇ। ਤਾਂ ਜੇ ਇਸ ਨੂੰ ਡਾਇਗਰਾਮ 'ਚ ਡਰਾ ਕਰਾਂਗੇ, ਇਟ ਵੁੱਡ ਬੀ ਲਾਈਕ ਦਿਸ। ਤਾਂ ਇਸ ਕੰਡੀਸ਼ਨ ਦੇ ਵਿੱਚ ਕੀ ਹੋ ਗਿਆ, ਇੱਕ ਤਾਂ ਐਟਮਸ ਇੱਕ ਦੂਜੇ ਦੇ ਨੇੜੇ ਨੇੜੇ ਆ ਗਏ। ਠੀਕ ਹੈ, ਉਹਨਾਂ ਡਿਸਟੈਂਸ ਕਿੰਨਾ ਹੋ ਗਿਆ, ਸੈਂਟਰ ਟੂ ਸੈਂਟਰ ਡਿਸਟੈਂਸ ਇਜ਼ OD। ਐਟਮਸ ਇੱਕ ਦੂਜੇ ਦੇ ਨੇੜੇ ਨੇੜੇ ਆ ਕੇ ਸਟੇਬਲ ਹੋ ਗਏ। ਸਟੇਬਲ ਹੋ ਗਏ ਮਤਲਬ ਜਿਹੜੇ ਇਲੈਕਟ੍ਰੋਨਸ ਨੇ ਇੱਥੇ ਰੋਟੇਟ ਹੋ ਰਹੇ ਨੇ, ਆਹ ਵਾਲੇ ਇਲੈਕਟ੍ਰੋਨਸ। ਜਦ ਇਲੈਕਟ੍ਰੋਨ ਰੋਟੇਟ ਹੋ ਰਹੇ ਨੇ ਤਾਂ ਉਹਨਾਂ ਦੀ એનર્ਜੀ ਘਟ ਗਈ, ਬਿਕੋਜ਼ ਸਟੇਬਿਲਿਟੀ ਆ ਗਈ। એનર્ਜੀ ਘਟ ਗਈ, ਉਹਨਾਂ ਦੀ એનર્ਜੀ ਕਿੰਨੀ ਬਣ ਗਈ, ਵੈਲੈਂਸ એનર્ਜੀ ਬੈਂਡ ਦੀ ਹੋ ਗਈ। ਜਦ ਵੈਲੈਂਸ એનર્ਜੀ ਬੈਂਡ ਦੀ એનર્ਜੀ ਹੋ ਗਈ ਤਾਂ ਇਹਨਾਂ ਬੌਂਡਸ ਨੂੰ ਤੋੜਨ ਵਾਸਤੇ ਆਪਾਂ ਨੂੰ ਕੁਝ એનર્ਜੀ ਚਾਹੀਦੀ ਹੈ। ਉਹਨਾਂ ਉਸ ਪਰਟੀਕੁਲਰ એનર્ਜੀ ਨੂੰ ਆਪਾਂ ਨਾਮ ਦੇਵਾਂਗੇ, ਇਸ ਨੂੰ ਬੌਂਡ ਨੂੰ ਤੋੜਨ ਵਾਸਤੇ ਜਿਹੜੀ એનર્ਜੀ ਚਾਹੀਦੀ ਹੈ ਉਸਨੂੰ ਆਪਾਂ ਕਹਾਂਗੇ ਫੋਰਬਿਡਨ એનર્ਜੀ ਗੈਪ। ਜਦੋਂ ਇਸ ਬੌਂਡ ਨੂੰ ਤੋੜ ਦਾਂਗੇ, ਇਲੈਕਟ੍ਰੋਨਸ ਕੀ ਹੋ ਕੇ ਖਾਲੀ ਹੋ ਕੇ ਉੱਪਰ ਆ ਜਾਣਗੇ, ਖਾਲੀ ਹੋ ਗਏ ਇਲੈਕਟ੍ਰੋਨਸ। ਹੁਣ ਇਹ ਇਲੈਕਟ੍ਰੋਨ ਇੱਥੋਂ ਬੌਂਡ ਨੂੰ ਬ੍ਰੇਕ ਕਰਕੇ ਹਾਈਲੀ ਐਨਰਜਾਈਜ਼ ਹੋ ਗਏ। ਤਾਂ ਜਦੋਂ ਇਹ ਹਾਈਲੀ ਐਨਰਜਾਈਜ਼ ਹੋ ਗਏ ਤਾਂ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਬਣ ਗਈ ਕੰਡਕਸ਼ਨ E ਬੈਂਡ ਦੇ ਵਿਚਕਾਰ ਆ ਗਈ। ਦੈਟਸ ਇਟ। ਜੇ ਆਪਾਂ ਇਹਨਾਂ ਨੂੰ ਸਟੇਬਲ ਕਰਾਉਣਾ ਤਾਂ એનર્ਜੀ ਕੀ ਹੋ ਜੂ, ਵੈਲੈਂਸ ਬੈਂਡ 'ਚ ਆ ਜੂਗੀ, ਉਹ ਕੀ ਬੌਂਡਡ ਸਟੇਟ 'ਚ ਹੋ ਜਾਣਗੇ।
ਜਦੋਂ ਆਪਾਂ એનર્ਜੀ ਸਪਲਾਈ ਕਰ ਦਾਂਗੇ ਤੋੜਨ ਵਾਸਤੇ ਤਾਂ ਟੁੱਟ ਕੇ ਉਹ ਹਵਾ 'ਚ ਆ ਜਾਣਗੇ। ਜਦੋਂ ਉਹ ਹਵਾ 'ਚ ਆ ਜਾਣਗੇ ਤਾਂ ਆਟੋਮੈਟਿਕਲੀ ਉਹਨਾਂ ਦੀ એનર્ਜੀ ਵੱਧ ਜੂਗੀ। ਤਾਂ ਉਹਨਾਂ ਦੀ એનર્ਜੀ ਜਿਹੜੀ ਲਾਈ ਕਰੂਗੀ ਦੈਟ ਵਿਲ ਲਾਈ ਇਨ ਕੰਡਕਸ਼ਨ એનર્ਜੀ ਬੈਂਡ। ਠੀਕ ਹੈ, ਤੇ ਇਹ ਥਿਊਰੀ ਸੀ ਆਪਣੇ ਕੋਲ। ਵੈਲੈਂਸ ਬੈਂਡ ਥਿਊਰੀ ਕਹਿ ਸਕਦੇ ਹਾਂ ਇਸਨੂੰ, એનર્ਜੀ ਬੈਂਡ ਥਿਊਰੀ ਕਹਿ ਸਕਦੇ ਹਾਂ, ਟੂ ਐਕਸਪਲੇਨ ਦ ਬੌਂਡਿੰਗ ਫਾਰਮੇਸ਼ਨ ਇਨ ਦ ਸਿਲੀਕੋਨ ਐਟਮ। ਠੀਕ ਹੈ, ਤਾਂ ਸਿਲੀਕੋਨ ਐਟਮ ਦੇ ਵਿੱਚ ਬੌਂਡਿੰਗ ਕਿਵੇਂ ਬਣਦੀ ਹੈ ਉਸਨੂੰ ਐਕਸਪਲੇਨ ਕਰਨ ਵਾਸਤੇ ਆਪਾਂ ਨੇ ਬੈਂਡ ਥਿਊਰੀ ਯੂਜ਼ ਕੀਤੀ ਹੈ, એનર્ਜੀ ਬੈਂਡ ਥਿਊਰੀ। ਸਿੰਪਲ ਹੈ, ਡਾਇਗਰਾਮ ਸ਼ੋ ਕੀਤੀ ਹੋਈ ਹੈ ਤੁਸੀਂ। ਠੀਕ ਹੈ, ਆਈ ਡੋਂਟ ਥਿੰਕ ਸੋ ਕੋਈ ਕਨਫਿਊਜ਼ਨ ਹੋਊਗੀ, ਬਟ ਵੀਡੀਓ ਨੂੰ ਦੁਬਾਰਾ ਦੇਖ ਲਿਓ, ਹੋਰ ਜ਼ਿਆਦਾ ਕਲੈਰੀਫਾਈ ਹੋ ਜਾਊ।